ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ ਵੈਲਕਮ, ਸਵਾਗਤ है जी आनू भाऊ जी, सत श्री अकाल। मेरे वालों जी आप जी ते सारे श्रोतियां दे दर्शकां नूं सत श्री अकाल जी। की हाल चाल है? बड़ी कृपा जी। राजी बाजी हो? बिल्कुल ठीक जी। बड़े फोन आए कल वाली गल ते जी चलो चावला साहब तुम चर्चा छेड़ देने हो किसी तरीके का। कहते चावला जी दो मित्रा ने फोटोआं भेजियां, मैं कहा भी फोटोआं उदों जो पुराना इतिहास लिखा जाता उदों कलरफुल नहीं सी जी 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 उदों ब्लैक एंड वाइट सी, पेंसिल लिखा जाता सी। बड़ा हसिया मित्र। फोन आए दो तिना दे, फिर लंबियां चौड़ियां कहानियां चलियां। मैं यार मैं सवेरे उठना, कहते ओ जा सॉरी, कहते यू आर राइट। पट्टी साहब ही राइट हो सकते। मैं कहा यू मतलब पट्टी साहब तो ऑलवेज राइट है, मैं हो सकता मैं गलत हुआ ना। नहीं नहीं ਇਹੋ ਜਿਹੀ ਗੱਲ ਕੋਈ नहीं जी, हर बंदा देखो जी। चलो ਉਹਨੂੰ ਛੱਡੀਏ ਹੁਣ। मैं ਇੰਨਾ ਹੀ ਕਹਿਣਾ ਚਾਹੁੰਦਾ ਵੀ ਸੁਣਦੇ ਨੇ जी 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 ਸੁਣਦੇ ਨੇ। ਬਸ ਇਸ ਗੱਲ ਦੀ ਖੁਸ਼ੀ ਹੈ। ਮੈਂ ਧੱਕੇ ਨਾਲ 1 ਘੰਟਾ ਜਿਹੜਾ ਨਾ ਇਹ ਇਸ ਕਰਕੇ ਸ਼ੁਰੂ ਕੀਤਾ ਕਿ ਰੱਖਿਆ ਇਹਨੂੰ ਅਜੇ ਫਿਲਹਾਲ, ਤੇ ਮੈਂ ਜਵਾਬ ਭੇਜਤਾ ਸੀ। ਮੈਂ ਥੋੜਾ ਜਿਹਾ ਸੈਡ ਸੀ। ਅਰਸ਼ ਕਹਿੰਦਾ ਡੈਡ ਡੋਂਟ ਵਰੀ ਆਈ ਵਿਲ ਸਪਾਂਸਰ। जी जी पर तुसीं करो मतलब जो भी हैगा फिलहाल। मैं रोज़ कहना फिलहाल, पता नहीं कि हुण सेहत भी थोड़ी जी बैठ के 4 घंटे 6 घंटे बहना लगातार बड़ा औखा। विच 15 मिनट की सिर्फ मैनू ब्रेक मिलती, 5 मिनट मैं 5 कि 6 मिनट की ब्रेक मिलती है, तो 4 घंटे लगातार। अदरवाइज 2 घंटे काम करवाते हैं इत्थे, तो अद्धे घंटे की ब्रेक होंदी है, फिर 2 घंटे बाद अद्धे घंटे की बंदा ब्रेक डिजर्व करता। खैर धन्नवाद करते हैं जी उन्होंने ਸਰੋਤਿਆਂ ਦਾ, ਦਰਸ਼ਕਾਂ ਦਾ, जिन्हों ने बड़ी सहज दे नाल इस चीज़ नूं लिया। मतलब बड़े हौसले नाल गल कीती आ। कहंदे सुणदे तां असीं उही रहे आ जो तुसीं कहा, पर ये नवां कित्थों आ गया सानूं समझ नहीं लगा। सुणदे उही रहे जो तुसीं कहा बचपन दे विच, जिहड़े 50 मैं हुण 50 साल तो उत्ते, जे मुंडा विआह लिया तो मैं 50 साल तो उत्ते हाँ डेफिनेटली। हाँ जी, ये गल वक्री है कि दाढ़ी रंग लईदी है, फिर बह जाईदा, फिर ਜਦੋਂ ਬੱਗੇ ਜੇ दिखने शुरू कांग्रेसी आउंदी है फिर ढक लईदे आ। ਹੁਣ ਤੁਸੀਂ ਮਤਲਬ ਚੜ੍ਹਦੀ ਕਲਾ ਚੋ ਤੁਸੀਂ ਠੀਕ ਠਾਕ ਨਹੀਂ ਲਾਉਂਦੇ। ਇਹ ਜਿਹੜੇ ਧੌਲੇ ਹੀਰੇ ਹੁੰਦੇ, ਹੀਰੇ ਜੀ ਹੀਰੇ। ਇਹਨਾਂ ਨੂੰ ਤਾਂ ਪੁਰਾਣੇ ਸਮੇਂ ਕਾਂਗਰਸੀ ਕਹਿੰਦੇ ਹੁੰਦੇ। ਹੁਣ ਹੀਰੇ ਕਹਿੰਦੇ ਜੀ। ਇਹ ਵੈਸੇ ਫਨ ਹੈ। ਉਹ ਜਦੋਂ ਨਾ ਉਹ ਮੋਚਨਾ ਤੇ ਸ਼ੀਸ਼ਾ ਲੈ ਕੇ ਬੈਠਾ ਹੁੰਦਾ ਸੀ ਨਾ, ਕਿਸੇ ਵੇਲੇ ਮਜ਼ਾਕੇ ਕਹਿੰਦਾ ਕਿ ਕਾਂਗਰਸੀ ਕੱਢਦਾ, ਕਾਂਗਰਸੀ ਚਿੱਟੀ ਪੱਗ ਬੰਨ੍ਹਦੇ ਸੀ ਨਾ। ਬਿਲਕੁਲ ਬਿਲਕੁਲ। ਮੈਂ ਤਾਂ ਪਹਿਲਾਂ ਵੀ ਆਪਾਂ ਗੱਲ ਕੀਤੀ। ਖੈਰ ਵਾਪਸ ਆਉਂਦੇ ਹਾਂ। ਚਲੋ ਧੰਨਵਾਦ ਕਰਦੇ ਹਾਂ ਜੀ, ਤੁਸੀਂ ਬੜੇ ਪਿਆਰ ਨਾਲ ਗੱਲਬਾਤ ਕੀਤੀ ਹੈ, ਤੇ ਗੱਲਬਾਤ ਸਾਰਿਆਂ ਨੇ ਚੰਗੀ ਲੱਗੀ। ਕਹਿੰਦੇ ਜੀ ਡਿਸਕਸ਼ਨ ਵਧੀਆ ਸੀਗੀ। ਚਲੋ ਪੁਆਇੰਟ ਪੱਟੀ ਸਾਹਿਬ ਨੇ ਰੱਖਿਆ, ਤੁਸੀਂ ਰੱਖਿਆ। ਅਸੀਂ ਨਹੀਂ ਚਾਹੁੰਦੇ ਕਿ ਗੱਲ ਚੱਲੇ, ਪਰ ਜੋ ਤੁਸੀਂ ਕਿਹਾ ਉਹ ਵੀ ਠੀਕ ਆ, ਹੋ ਸਕਦਾ ਕਿ ਉਹ ਵੀ ਸਹੀ ਹੋ। ਚਲੋ ਖੈਰ ਛੱਡੋ ਜੀ। ਬਿਕਰਮਜੀਤ ਸਿੰਘ ਮਜੀਠੀਆ ਤੇ ਉਦੋਂ ਬਾਅਦ ਮਜੀਠੀਆ ਨੂੰ ਕੀਤਾ ਪਟਿਆਲੇ ਜੇਲ੍ਹ ਦੇ ਵਿੱਚ ਬੰਦ। ਸੈਸ਼ਨ ਕੋਰਟ ਨੇ ਜ਼ਮਾਨਤ ਦਾ ਫੈਸਲਾ ਰਾਖਵਾਂ ਰੱਖ ਲਿਆ। ਕੀ ਕਹਿਣਾ ਚਾਹੁੰਦੇ? ਰੱਦ ਕਰਤਾ ਜੀ, ਉਹ ਰੱਦ ਕਰਤਾ ਜੀ ਇਹਨਾਂ ਨੇ। ਅੱਛਾ, ਬਕਾਇਦਾ ਤੌਰ ਤੇ ਬਿਕਰਮ ਸਿੰਘ ਮਜੀਠੀਆ ਦੀ ਜ਼ਮੀਨ ਜਿਹੜੀ ਜ਼ਮਾਨਤ ਸੀ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ। ਰੱਦ ਕਰਨ ਤੋਂ ਬਾਅਦ ਜਿਹੜੇ ਉਹਨਾਂ ਦੇ ਸੰਗੀ ਸਾਥੀ, ਉਹਨਾਂ ਦੇ ਸਿਪਾਹ ਸਰ ਲੱਡੂਆਂ ਦੇ ਡੱਬੇ ਲੈ ਕੇ ਆਏ ਸੀ ਕੋਰਟ ਦੇ ਬਾਹਰ, ਤੇ ਅੰਦਰੋਂ ਜ਼ਮਾਨਤ ਮਿਲ ਜਾਣੀ ਤੇ ਅਸੀਂ ਲੱਡੂ ਵੰਡਣੇ ਆ, ਉਹ ਉਹਨਾਂ ਦੀਆਂ ਤਿਆਰੀਆਂ ਧੜੀਆਂ ਦੀਆਂ ਧਰੀਆਂ ਰਹਿ ਗਈਆਂ। ਹੁਣ ਉਹ ਲੱਡੂ ਤਾਂ ਕਿੱਥੇ ਵੰਡੇ ਜਾ ਕੇ ਕੀਤਾ ਇਹਦੇ ਬਾਰੇ ਤੇ ਕੋਈ ਜਾਣਕਾਰੀ ਨਹੀਂ, ਲੇਕਿਨ ਕਿੰਨੇ ਲੋਕ ਕੌਨਫੀਡੈਂਟ ਸੀਗੇ। ਕੋਰਟ ਦਾ ਫੈਸਲਾ ਸੁਣਿਆ ਤੋਂ ਬਗੈਰ ਹੀ ਤੁਸੀਂ ਤਿਆਰੀਆਂ ਆਰੰਭ ਕਰ ਦਿੱਤੀਆਂ। ਤੁਹਾਨੂੰ ਖੋਰਿਆ ਕਿ ਇਹਨਾਂ ਨੇ ਵਹਿਮ ਪਾਤਾ ਤੇ ਜ਼ਮਾਨਤ ਮਿਲ ਗਈ, ਸਮਝੋ ਕੋਈ ਗੱਲ ਨਹੀਂ। ਆਖਰ ਚ ਇਸ ਗੱਲ ਕਹੀ ਉਹ ਫਿਰ ਹੀ ਹੈ ਨਾ ਜੀ। ਬਿਕਰਮ ਸਿੰਘ ਮਜੀਠੀਆ ਨੂੰ ਇਹੀ ਆਸ ਸੀਗੀ ਵੀ ਬਕਾਇਦਾ ਤੌਰ ਤੇ ਜ਼ਮਾਨਤ ਨੂੰ ਮਿਲ ਜਾਣੀ। ਇੱਕ ਰਾਤ ਔਖੀ ਸੀ ਕੱਟ ਲਓ। ਸ਼ਿਵਰਾਜ ਸਿੰਘ ਨੰਦਗੜ੍ਹ ਜਿੱਥੇ ਜੇਲ੍ਹ ਸੁਪਰਡੈਂਟ ਨੇ ਪਟਿਆਲੇ, ਪਹਿਲਾਂ ਇਹਨਾਂ ਨੂੰ ਸੰਗਰੂਰ ਜੇਲ੍ਹ ਖੜਿਆ, ਉੱਥੋਂ 10 ਮਿੰਟ ਦੀ ਕੋਈ ਕਾਰਵਾਈ ਆਪਣੀ ਕੀਤੀ ਤੇ ਮੁੜ ਕੇ ਪਟਿਆਲੇ ਲੈ ਆਏ। ਰਾਤ ਦੇ 9:15 ਤੇ ਪਟਿਆਲਾ ਜੇਲ੍ਹ ਵਿੱਚ ਐਂਟਰ ਕੀਤੇ। ਸਪੈਸ਼ਲ ਸੈੱਲ ਇਹਨਾਂ ਵਾਸਤੇ ਪਹਿਲਾਂ ਤਿਆਰ ਰੱਖਿਆ ਗਿਆ। ਉਹ ਸਪੈਸ਼ਲ ਸੈੱਲ ਦੇ ਵਿੱਚ ਇਕੱਲੇ ਮਜੀਠੀਆ ਸਨ, ਬਾਕੀ ਕੋਈ ਨਹੀਂ ਸੀ। ਮਜੀਠੀਆ ਸਾਹਿਬ ਨੇ ਰਾਤ ਆਪਣਾ ਪ੍ਰਸ਼ਾਦਾ ਵੀ ਛਕਿਆ, ਸਵੇਰੇ ਜੇਲ੍ਹ ਦਾ ਨਾਸ਼ਤਾ ਜ਼ਰੂਰ ਕੀਤਾ, ਜੋ ਵੀ ਉਹ ਦਿੰਦੇ ਨੇ। ਉਸ ਤੋਂ ਬਾਅਦ ਜਿਹੜੇ ਸ਼ਿਵਰਾਜ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਸਵੇਰੇ ਅਖਬਾਰ ਵੀ ਮੁਹੱਈਆ ਕਰਵਾਈ ਹੈ,
ਤੇ ਬਕਾਇਦਾ ਤੌਰ ਤੇ ਮਜੀਠੀਆ ਸਾਹਿਬ ਜੇ ਚਾਹਣ ਤੇ ਆਪਣਾ ਖਾਣਾ ਆਪ ਤਿਆਰ ਕਰਨ ਵਾਸਤੇ ਜਾ ਕੇ ਸਾਡੀ ਕੰਟੀਨ ਤੋਂ ਸਮਾਨ ਲੈ ਸਕਦੇ ਨੇ, ਤੇ ਸਾਡਾ ਜਿਹੜਾ ਰਸੋਈਆ ਵਾ ਜੇਲ੍ਹ ਦਾ ਉਹਦੀ ਮਦਦ ਵੀ ਲੈ ਸਕਦੇ ਨੇ। ਮਤਲਬ ਮਜੀਠੀਏ ਦੀ ਜੇਲ੍ਹ ਵਿੱਚ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਾਣ ਤੋਂ ਪਹਿਲਾਂ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਜੇਲ੍ਹ 'ਚ ਭੇਜਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਤੇ ਉਹਦੇ ਨਾਲ ਅਟੈਚ ਬਾਥਰੂਮ ਨਹੀਂ ਸੀਗਾ, ਲੈਟਰ ਨਹੀਂ ਸੀ ਹੈਗੀ। ਪਹਿਲਾਂ ਬਕਾਇਦਾ ਤੌਰ ਤੇ ਲੈਟਰਨ ਤੇ ਬਾਥਰੂਮ ਅਟੈਚ ਬਣਾਇਆ ਗਿਆ ਸੀਗਾ ਇਮੀਡੀਏਟਲੀ, ਫਿਰ ਉਹ ਜੇਲ੍ਹ ਭੇਜਿਆ ਗਿਆ ਸੀਗਾ। ਇਹਨਾਂ ਲੀਡਰਾਂ ਦੀਆਂ ਜਿਹੜੀਆਂ ਜੇਲ੍ਹਾਂ ਵੀ ਤੁਹਾਨੂੰ ਪਤਾ ਇੱਧਰ ਨਹੀਂ ਹੁੰਦੀਆਂ। ਹੁਣ ਕੱਲਾ ਇੱਕ ਬੈਰਕ 'ਚ ਰੱਖਣ ਦਾ ਬੰਦਾ ਕੱਲਾ 24 ਘੰਟੇ ਰਹੇ ਤੇ ਵੈਸੇ ਵੀ ਬੰਦਾ ਹੋਟਲ ਹੋ ਜਾਂਦਾ। ਲੇਕਿਨ ਮਜੀਠੀਆ ਸਾਹਿਬ ਮਜੂਸ ਜ਼ਰੂਰ ਹੋਇਆ। ਹਾਲ ਦੀ ਘੜੀ ਵੀ ਉਹ ਵੇਖਦੇ ਸੀ ਜ਼ਬਾਨ ਦਾ ਕਦੋਂ ਸੱਦਾ ਉਹਦਾ, ਲੇਕਿਨ ਕੱਲ ਜਦੋਂ ਜ਼ਬਾਨ ਦਾ ਪਤਾ ਲੱਗਾ ਰੱਦ ਹੋ ਗਿਆ, ਮਜੂਸੀ ਜ਼ਰੂਰ ਉਹਨੂੰ ਆਈ ਥੋੜੀ ਜਿਹੀ ਵੀ ਯਾਰ ਇਹ ਕੁਝ ਕੀ ਹੋ ਗਿਆ। ਹੁਣ ਉਹਨਾਂ ਦੇ ਵਕੀਲ ਕਹਿੰਦੇ ਆ ਵੀ ਅਸੀਂ ਹਾਈ ਕੋਰਟ ਜਾਵਾਂਗੇ, ਸਾਨੂੰ ਨਿਆਂ ਪਾਲਿਕਾ ਤੇ ਪੂਰਾ ਭਰੋਸਾ। ਹਾਈ ਕੋਰਟ ਪਹਿਲਾਂ ਸੈਸ਼ਨ ਕੋਰਟ ਇਸੇ ਕੇਸ ਦੀ ਬੇਲ ਜਿਹੜੀ ਰੱਦ ਕਰ ਚੁੱਕੀ ਹੈ, ਉਹਦੇ ਬਿਹਾਫ ਤੇ ਉਹਨਾਂ ਰੱਦ ਕੀਤੀ। ਹੁਣ ਹਾਈ ਕੋਰਟ ਵੀ ਇਸੇ ਕੇਸ ਪਹਿਲਾਂ ਰੱਦ ਕਰ ਚੁੱਕੀ ਆ। ਹਾਈ ਕੋਰਟ ਦੇ ਵਿੱਚੋਂ ਵੀ ਇਹਨਾਂ ਨੂੰ ਬੇਲ ਮਿਲਦੀ ਆ ਜਾਂ ਨਹੀਂ ਮਿਲਦੀ, ਇਹ ਅਜੇ ਭਵਿੱਖ ਦੀ ਬੁੱਕਲ ਦੇ ਵਿੱਚ ਛੁਪਿਆ ਜੀ। ਮਤਲਬ ਕਿ ਹਾਈ ਕੋਰਟ ਚਲੋ ਜ਼ਮਾਨਤ ਮਿਲਣਾ ਨਾ ਮਿਲਣਾ ਵੱਖਰੀ ਗੱਲ ਹੈ, ਪਰ ਪੁਆਇੰਟ ਜਦੋਂ ਦਿਮਾਗ 'ਚ ਆਉਂਦਾ ਹੈ ਉਹਨੂੰ ਡਿਸਕਸ ਕਰਨਾ ਸਾਡਾ ਫਰਜ਼ ਹੈ। ਮਿਲ ਜਵੇ ਜ਼ਮਾਨਤ, ਜੇ ਉਹ ਗੁਨਾਹਗਾਰ ਨੇ ਆਜ਼ਾਦ ਹੋਣਾ ਚਾਹੀਦਾ। ਜੇ ਹਾਈ ਕੋਰਟ ਆਪਣੇ ਫੈਸਲੇ ਨੂੰ ਕਿਵੇਂ ਕੱਟੇਗੀ ਇਹ ਵੀ ਇੱਕ ਵੇਖਣ ਵਾਲੀ ਗੱਲ ਹੋਊਗੀ। ਸੁਪਰੀਮ ਕੋਰਟ ਨੇ ਵੀ ਜਦੋਂ ਸੁਪਰੀਮ ਕੋਰਟ ਗਏ ਨੇ ਉਹਦੇ ਵਿੱਚ ਵੀ ਉਹਨਾਂ ਨੇ ਕੋਈ ਸਿੱਧੀ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ, ਰਾਹਤ ਦਿੱਤੀ ਹੈ ਨਾ, ਉੱਥੇ ਵੀ ਰਾਹਤ ਦਿੱਤੀ, ਬਿਲਕੁਲ ਬਿਲਕੁਲ ਰਾਹਤ ਦਿੱਤੀ ਹੈ। ਹੁਣ ਸੁਪਰਡੈਂਟ ਕੀ ਕਹਿੰਦਾ, ਉਹ ਕਹਿੰਦਾ ਜੇ ਇਹਨਾਂ ਸਾਨੂੰ ਲਿਖ ਕੇ ਦਿੱਤਾ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਸੈੱਲ ਦੇ ਵਿੱਚ ਬਕਾਇਦਾ ਤੌਰ ਤੇ ਟੀਵੀ ਵੀ ਸਪਲਾਈ ਕਰ ਸਕਦੇ। VVIP ਹੈ ਨਾ, VIP ਬੰਦਾ। ਹਾਂਜੀ 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 ਹਾਂਜੀ। ਉਹ ਕਹਿੰਦਾ ਜੀ ਇਹਨਾਂ ਜਿਹੜੀ ਰਾਤ ਬਿਤਾਈ ਉਹ ਪੂਰੀ ਬੇਚੈਨੀ 'ਚ ਬਿਤਾਈ ਆ, ਰਾਤ ਪੂਰੀ ਚੰਗੀ ਤਰ੍ਹਾਂ ਸੁੱਤੇ ਨਹੀਂ। ਚਲੋ ਜਦੋਂ ਆਪਾਂ ਕਿਤੇ ਨਵੇਂ ਥਾਂ ਤੇ ਜਾਂਦੇ ਹੋ ਤਾਂ ਮੁਸ਼ਕਿਲ ਥੋੜੀ ਆਉਂਦੀ ਹੈ, 2-4 ਦਿਨ ਤੱਕ ਸਭ ਠੀਕ ਹੋ ਜਾਊਗਾ। ਨਵੀਂ ਮੈਟਰਸ ਲੈ ਆਈਏ ਉੱਤੇ ਨੀਂਦ ਨਹੀਂ ਆਉਂਦੀ। ਬਿਲਕੁਲ ਬਿਲਕੁਲ। ਨਵਾਂ ਕੰਬਲ ਲੈ ਆਈਏ ਉਹ ਚੁੱਭਦਾ, ਬੈੱਡ ਭਾਵੇਂ ਉਹੀ ਹੋਵੇ। ਬਿਲਕੁਲ ਜੀ ਬਿਲਕੁਲ। ਪਰ ਚਲੋ ਜੇ ਇਹਨਾਂ ਨੇ ਗੁਨਾਹ ਕੀਤਾ ਤੇ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਜੇ ਨਹੀਂ ਕੀਤਾ ਤੇ ਆ ਜ਼ਬਾਨਾਂ ਵੀ ਬੰਦ ਹੋ ਜਾਣਗੀਆਂ ਜਦੋਂ ਇਹ ਜ਼ਮਾਨਤ ਤੇ ਰਿਹਾ ਹੋ ਜਾਂਦੇ ਜਾਂ ਇਹਨਾਂ ਦਾ ਕੋਈ ਫੈਸਲਾ ਹੋ ਜਾਂਦਾ। ਠੀਕ ਹੈ ਨਾ ਜੀ? ਜੀ ਜੀ ਜੀ। 9058131320 905-813-1320 ਤੇ ਤੁਸੀਂ ਦੋਸਤੋ ਕੋਈ ਸਵਾਲ ਕਰਨਾ ਹੈ ਤਾਂ ਹੁਣੇ ਹੀ ਕਰ ਲਓ, ਬਾਅਦ ਦੇ ਵਿੱਚ ਫਿਰ ਲੰਮੀਆਂ ਪੈ ਜਾਂਦੀਆਂ ਨੇ ਤੇ ਸਾਡੇ ਟੈਕਨੀਸ਼ੀਅਨ ਨੇ ਜਾਣਾ ਹੁੰਦਾ ਹੈ, ਉਹਨੇ 12 ਵਜੇ ਨਿਕਲ ਜਾਣਾ। ਉਦੋਂ ਬਾਅਦ ਅਸੀਂ ਜੇ ਦੋਵੇਂ ਭਾਊ ਲੱਗੇ ਰਹੇ ਰੇਡੀਓ ਤੇ ਤੁਸੀਂ ਕਾਲਾਂ ਕਰੀ ਚੱਲਿਓ, ਫਿਰ ਚੱਲ ਜਾਂਗੇ। ਟੈਕਨੀਸ਼ੀਅਨ ਦਾ ਬਈ ਮਤਲਬ ਉਹਨੇ ਜਾਣਾ ਹੈ, ਸਾਡੇ ਮਤਲਬ ਉਹਨਾਂ ਦਾ ਜਿਹੜਾ ਹੈ ਸਕੈਜੂਲ ਹੈ। ਰੂਟ ਰੇਜ ਮਾਮਲੇ ਵਿੱਚ ਨਵਜੋਤ ਸਿੱਧੂ ਨੂੰ ਜਿਹੜੀ ਹੈ ਮਿਲ ਗਈ ਹੈ ਰਾਹਤ, 2 ਹਫ਼ਤੇ ਤੱਕ ਅਰਜੀ ਦਾ ਜਵਾਬ ਮੰਗਿਆ। ਰਿਵਿਊ ਪਟੀਸ਼ਨ ਰੱਦ ਕਰਨ ਦੀ ਸਿੱਧੂ ਨੇ ਕੀਤੀ ਮੰਗ। ਇਹ ਸੁਪਰੀਮ ਕੋਰਟ ਤੋਂ ਫੈਸਲਾ ਹੋ ਚੁੱਕਾ, ਪਰ ਇਹਦੇ ਉੱਤੇ ਮਤਲਬ ਬਾਰ-ਬਾਰ ਕੀ ਇਹੋ ਜਿਹਾ ਇਹ ਮੈਂ ਇੱਕ ਵਾਹਿਦ ਇਹ ਫੈਸਲਾ ਹੋਣਾ ਜਿਹੜਾ ਇੰਨਾ ਸਮਾਂ ਲੜਕਿਆ ਜਾ ਰਿਹਾ ਪਈ। ਫੈਸਲਾ ਵੀ ਹੋ ਗਿਆ ਇਹਦੇ ਹੱਕ ਦੇ ਵਿੱਚ, ਦੁਬਾਰਾ ਪਰਿਵਾਰ ਵਾਲੇ ਫੇਰ ਜਿਹੜੇ ਨੇ ਉਹ ਪਟੀਸ਼ਨ ਰਿਵਿਊ ਤੇ ਸ਼ੁਰੂ ਹੋ ਗਏ। ਹਾਂਜੀ ਵੀ ਇਹ ਤੇ ਸਾਨੂੰ ਇਤਰਾਜ਼ ਹੈ ਫੈਸਲੇ ਤੇ, ਪਹਿਲਾਂ ਵੀ ਹੋਏ ਹੋਣਗੇ ਪਰ ਇਹ ਲੰਬਾ ਰੜਕਦਾ ਪਿਆ। ਹਾਂਜੀ ਕੀ ਕਹਿਣਾ ਚਾਹੋਗੇ? ਜੇ ਕੋਈ ਆਮ ਕੇਸ ਹੁੰਦਾ ਤੇ ਸ਼ਾਇਦ ਜਿਹੜੀ ਸੁਪਰੀਮ ਕੋਰਟ ਐਂਟਰਟੇਨ ਨਾ ਕਰਦੀ, ਕਹਿ ਦਿੰਦੀ ਵੀ ਤੁਹਾਨੂੰ ਅੱਜ ਜਿਹੜਾ ਫਿਰ ਜਿਹੜੀਆਂ ਸਾਲਾਂ ਬਾਅਦ ਚੇਤਾ ਆ ਗਿਆ। ਬਕਾਇਦਾ ਤੌਰ ਤੇ ਸਮਾਂ ਹੁੰਦਾ ਦਾ ਕੋਈ ਰੀਪਟੀਸ਼ਨ ਪਾਉਣ ਦਾ, ਜਿਵੇਂ ਲੋਅਰ ਕੋਰਟ ਦੇ ਵਿੱਚ ਮੇਰੇ 1 ਮਹੀਨਾ ਹੁੰਦਾ ਵਾ, ਹਾਈ ਕੋਰਟ 3 ਮਹੀਨੇ ਹੁੰਦਾ ਵਾ, ਤੇ ਸੁਪਰੀਮ ਕੋਰਟ 6 ਮਹੀਨੇ ਕੁਝ ਸਾਲ ਹੋਊਗਾ। ਤੇ 2018 ਦੇ ਵਿੱਚ ਬਕਾਇਦਾ ਤੌਰ ਤੇ ਇਹਦਾ ਫੈਸਲਾ ਹੋ ਚੁੱਕਾ ਤੇ 3 ਸਾਲ ਬਾਅਦ ਤੁਸੀਂ ਪਟੀਸ਼ਨ ਪਾਈ। ਚਲੋ ਖੈਰ ਮੰਨ ਲੈਂਦੇ ਆ ਵੀ ਉਹਨੇ ਐਂਟਰਟੇਨ ਕੀਤਾ, ਵੀ ਉਹਨਾਂ ਦੇਤੀ ਵੀ ਐਪਲੀਕੇਸ਼ਨ ਤੇ ਬੁਲਾ ਲਿਆ ਇਹਨਾਂ ਨੂੰ। ਇਹਨਾਂ ਨੇ ਇੱਕ ਐਪਲੀਕੇਸ਼ਨ ਲਾਤੀ ਵੀ ਇਹ ਰਿਵਿਊ ਪਟੀਸ਼ਨ ਜਾਇਜ਼ ਨਹੀਂ। ਚਿਤੰਬਰ ਇਹਨਾਂ ਦੇ ਵਕੀਲ ਨੇ ਜਿਹੜੇ ਸਾਡੇ ਪਹਿਲਾਂ ਗ੍ਰਹਿ ਮੰਤਰੀ ਰਹੇ ਨੇ, ਆਪਣੇ ਵਿੱਤ ਮੰਤਰੀ ਵੀ ਰਹੇ ਨੇ, ਉਹ ਬਕਾਇਦਾ ਤੌਰ ਨੇ ਉਹ ਵੀ ਜੇਲ੍ਹ ਯਾਤਰਾ ਕਰਾਇਆ, ਤੁਹਾਨੂੰ ਪਤਾ ਹੋਊਗਾ। ਉਹਨਾਂ ਨੇ ਕਰਾਈ ਸੀ ਅਮਿਤ ਸ਼ਾਹ ਨੂੰ ਵੀ ਜੇਲ੍ਹ ਯਾਤਰਾ, ਤੇ ਅਮਿਤ ਸ਼ਾਹ ਨੇ ਕਿਹਾ ਭਾਈ ਹੁਣ ਮੇਰੀ ਵਾਰੀ ਹੈ, ਹੁਣ ਤੁਸੀਂ ਤਿਆਰੀ ਕਰ ਲਓ।
तो उन्होंने भी आनाकानी नहीं की, फिर चुप करके नीले पुत्र बन के कहते चलो ठीक जी वकील की कहने तो जेल भेजो, कट होंगे 2-3 महीने। बकायदा तौर पर जिन्ने महीने अमित शाह ने कट्टे से उन्ने महीने कटाए जेल च उन्होंने, फिर जमानत हुई सी। हुण वो इन्हां दे वकील ने जिहड़ी जिस दिन मजीठीए की बकायदा तौर पर हाईकोर्ट च हुई सी सुनवाई, उदों ही रोहित है मुकुल रोहित की वो मजीठीए के वकील सी ते पंजाब सरकार नूं 30 सितंबर नूं वकील सन, जिन्हां ने बाखूबी जिहड़ा सी अपने जिहड़े सी पक्ष रखिया सी ते हाईकोर्ट ने जमानत उन्होंने रद्द कर दी सी। जी जी सुप्रीम कोर्ट दे विच भी यही सन, सुप्रीम कोर्ट ने भी तो तुहाडी गल ठीक है राह दित्ती है, जमानत नहीं दित्ती किसी ने तक उन्हां नूं। NDPC एक्ट जिहड़ा दा ये बड़ा खतरनाक एक्ट है। इंटरनेशनल ड्रग स्मगलर जिहड़े ना उन्हां ते एक जो एक्ट लगदा ना उदों फिर बड़ी उन्हां संबंध हुंदा, जो एक्ट लगदा ना उदों बड़ी मुश्किल हुंदी। हुण सिद्धू साहब ने बकायदा तौर पर एप्लीकेशन दित्ती, लेकिन उन्हां नूं इह कहणगे तुहाडी एप्लीकेशन बाद सोचांगे, पहला जिहड़ी उन्हां रिव्यू पटीशन पाई तुसीं तुहानूं 2 हफ्ते समझ दित्ता जांदा वा, तुसीं पहला ओहदा जवाब दिओ जी, ओहदा जवाब देणगे, फिर कोर्ट की मर्जी आ भी इन्हां दी रिव्यू पटीशन रद्द करन दी एप्लीकेशन ते विचार करदी आ जां नहीं करदी, कि केस चलाउंदी है ये अदालत पे डिपेंड करता है जी। कॉलर ने साडे नाल देख दिया की कहना चाहुंदे, वेलकम जी। हाँ जी सत श्री अकाल जी। सत श्री अकाल जी। हाँ जी ये जी जिद्दां कि मजीठीਆ परिवार ये जदों दा सियासी पावर दे विच आया सूरत सिंह मजीठੀਆ तो लैके बेशक किसी भी सरकार दे अंग्रेजा पथी रहे या किसी तरह रहे धार्मिक कमां दे विच भी ये चंगे रहे मजीठੀਆ परिवार, इन्हां दी इज्जत बनी रही आ। पर यह पहली बारी होया कि बिक्रम सिंह मजीठੀਆ दे इदां दा केस बनया ते इहदे विच जेल गया। मैं खानदान चो गया ही पहली बारी। तरह दे इल्जाम तां हो सकदे पर इदां दा इल्जाम नशिਆਂ वर्गा नहीं सी आया जी। ਇਹਦੇ ਬਾਰੇ ਤੁਸੀਂ ਦੱਸੋ ਕਿ ਇਹਦਾ ਬਿਕਰਮ ਸਿੰਘ ਮਜੀਠੀਆ ਦਾ ਆਉਣ ਵਾਲਾ ਸਮਾਂ ਕਿੱਦਾਂ ਦਾ ਰਹੂਗਾ ਇਹਦੇ ਵਿੱਚ। ਮਿਹਰਬਾਨੀ ਜਨਾਬ, ਥੈਂਕ ਯੂ। ਜਿਹੜੀ ਗੱਲ ਤੁਸੀਂ ਕੀਤੀ ਜੀ ਸੂਰਤ ਨਹੀਂ, ਸੁੰਦਰ ਸਿੰਘ ਮਜੀਠੀਆ ਨੇ। ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ। ਹੈਲੋ ਜੀ, ਇਹ ਸੁੰਦਰ ਮਜੀਠੀਆ ਦਾ ਦਾਦਾ ਜਿਹੜਾ ਜਿੰਦਾ ਦਾ ਸੁੰਦਰ ਸਿੰਘ ਮਜੀਠੀਆ ਮਹਾਰਾਣੀ ਜਿੰਦਾ ਦਾ। ਇੱਕ ਮਿੰਟ ਪੱਟੀ ਸਾਹਿਬ ਕੋਈ ਕਹਿਣਾ ਚਾਹੁੰਦੇ ਨੇ ਕੱਲ? ਹਾਂਜੀ ਵੀਰ ਜੀ। ਜੀ ਹਾਂਜੀ ਹਾਂਜੀ, ਮੈਂ ਸੁੰਦਰ ਸਿੰਘ ਮਜੀਠੀਆ ਦੇ ਬਾਪ ਦੀ ਗੱਲ ਕਰਦਾ, ਸੂਰਤ ਸਿੰਘ ਮਜੀਠੀਆ ਦੀ, ਜਿਹੜਾ ਮਹਾਰਾਣੀ ਜਿੰਦਾ ਦਾ ਸੈਕਟਰੀ ਸੀਗਾ। ਜੀ 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 ਹਾਂ ਜੀ ਜੀ ਹਾਂ ਬਿਲਕੁਲ, ਮਿਹਰਬਾਨੀ, ਥੈਂਕ ਯੂ। ਹਾਂਜੀ ਬਿਲਕੁਲ ਸਿੰਘ ਮਜੀਠੀਆ ਸੀ, ਵਾਕਿਆ ਜਿਹੜੀ ਗੱਲ ਤੁਸੀਂ ਕਹੀ ਬਿਲਕੁਲ ਠੀਕ ਕਹੀ ਆ। ਉਦੋਂ ਬਾਅਦ ਸੁੰਦਰ ਸਿੰਘ ਮਜੀਠੀਆ ਜਿਹੜੇ ਸੀ ਦੋਹਰੇ ਮਾਪਦੰਡ ਬਣਾਉਂਦੇ ਰਹੇ, ਸਿੱਖਾਂ ਦੀ ਗੱਲ ਵੀ ਕਰਦੇ ਰਹੇ ਤੇ ਅੰਗਰੇਜ਼ਾਂ ਦੀ ਵੀ ਗੱਲ ਕਰਦੇ ਰਹੇ। ਤਾਈਏ ਉਹਨਾਂ ਨੂੰ ਸਰਦਾਰ ਬਹਾਦਰ ਦਾ ਜਿਹੜਾ ਸੀ ਬਕਾਇਦਾ ਤੌਰ ਤੇ ਇੱਕ ਲਕਬ ਮਿਲਿਆ ਸੀ। ਕਿਉਂ? ਜਿਹੜੇ ਸਰਦਾਰ ਹੁੰਦੇ ਸੀ ਸਰਦਾਰ ਬਹਾਦਰ ਤੇ ਜਿਹੜੇ ਹਿੰਦੂ ਹੁੰਦੇ ਸੀ ਉਹਨੂੰ ਰਾਏ ਬਹਾਦਰ, ਦੋਵਾਂ ਨੂੰ ਅੰਗਰੇਜ਼ ਇਹੋ ਜਿਹੇ ਲਕਬ ਦਿੰਦੇ ਸੀਗੇ। ਸੁੰਦਰ ਸਿੰਘ ਮਜੀਠੀਆ ਨੇ ਨਹੀਂ ਗੱਲ ਚੰਗੇ ਕੰਮ ਨਹੀਂ ਕੀਤੇ, ਚੰਗੇ ਕੰਮ ਬਹੁਤ ਕੀਤੇ ਆ। ਜਦੋਂ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ ਆ ਉਦੋਂ ਇਹ ਐਕਟ ਇਹੀ ਲੈ ਕੇ ਗਿਆ ਸੀ ਕਿ ਸਾਡੇ ਪੜ੍ਹੇ ਲਿਖੇ ਜਿਹੜੇ ਲੀਡਰ ਸੀ ਉਹਨਾਂ ਕਹਿੰਦੇ ਸੀ ਨਹੀਂ ਇਹ ਝੂਠਾ ਐਕਟ ਆ, ਇਹ ਗਲਤ ਆ, ਇਹ ਸਾਨੂੰ ਗੁਲਾਮ ਬਣਾਏਗਾ। ਲੇਕਿਨ ਇਹਨਾਂ ਨੇ ਇਸ ਤਰੀਕੇ ਦਾ ਸਾਰਿਆਂ ਜਾ ਕੇ ਜੇਲ੍ਹਾਂ ਜਾ ਕੇ ਜਿਹੜਾ ਸੀ ਕਨਵਿੰਸ ਕੀਤਾ ਸੀ, ਬਹੁਤੇ ਸਾਡੇ ਬੰਦੀਆਂ ਨੇ ਸਾਈਨ ਕਰ ਦਿੱਤੇ ਸੀ, ਨਾਲ ਹੀ ਉਹ ਰਿਹਾ ਹੋ ਗਏ ਸੀਗੇ। ਉਹ ਰਹਿ ਗਏ ਸੀ ਅੰਦਰ ਜੇਲ੍ਹਾਂ ਦੇ ਜਿਹੜੇ ਕਹਿੰਦੇ ਸੀ ਨਹੀਂ ਇਹ ਛਲਾਵਾ ਵਾ, ਤੇ ਵਾਕਈ ਛਲਾਵਾ ਸੀਗਾ। ਉਹ ਐਕਟ ਤੇ ਜਿਹੜੇ ਅੰਗਰੇਜ਼ਾਂ ਨੇ ਆਪਣੇ ਅਧੀਨ ਰੱਖਿਆ ਸੀਗਾ, ਪੰਜਾਬ ਸਰਕਾਰ ਦੇ ਅਧੀਨ ਸੀਗਾ। ਉਹ ਸਾਡੇ ਜਿਹੜੇ ਬਜ਼ੁਰਗ ਸੀ ਉਹ ਕਹਿੰਦੇ ਨਾ ਐਕਟ ਇੰਡੀਪੈਂਡੈਂਟ ਹੋਊਗਾ, ਸਾਡਾ ਐਕਟ ਹੋਊਗਾ, ਰਜਿਸਟਰ ਤੁਹਾਡੇ ਕੋਲ ਹੋਊਗਾ। ਉੱਥੋਂ ਥੋੜੀ ਜਿਹੀ ਉਹ ਗਲਤੀ ਖਾਧੀ ਸੀ। ਲੇਕਿਨ ਸੁੰਦਰ ਸਿੰਘ ਮਜੀਠੀਆ ਪਹਿਲੇ ਪ੍ਰਧਾਨ ਬਣੇ ਸੀ ਜਦੋਂ ਅਜੇ ਚੋਣ ਨਹੀਂ ਹੋਈ। ਲੇਕਿਨ ਜਦੋਂ ਚੋਣ ਹੋਈ ਆ ਉਸ ਤੋਂ ਬਾਅਦ ਅੱਜ ਤੱਕ ਮਜੀਠੀਏ ਪਰਿਵਾਰ ਦਾ ਕੋਈ ਵੀ ਬੰਦਾ ਐਸੀ ਚੀਜ਼ ਦਾ ਮੈਂਬਰ ਤੱਕ ਨਹੀਂ ਬਣਿਆ। ਜੇ ਬਣਿਆ ਤਾਂ ਵਿਖਾ ਦਿਓ ਜੀ। ਚਲੋ ਅਗਲੀ ਗੱਲ ਕਰਦੇ ਆ। ਜਿਹੜੀ ਇਹਨਾਂ ਦੀ ਦਾਦਾ ਜੀ ਸੀਗੇ ਉਹ ਕੱਟੜ ਕਾਂਗਰਸੀ ਸੀ। ਉਹ ਨਹਿਰੂ ਦੀ ਸਰਕਾਰ ਦੇ ਵਿੱਚ ਬਕਾਇਦਾ ਤੌਰ ਤੇ ਮਿਨਿਸਟਰ ਰਹੇ, ਜੀ ਜੀ, ਅੰਬੈਸਡਰ ਰਹੇ, ਅੰਬੈਸਡਰਾਂ ਤੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਰਹੇ। ਹੁਣ ਚੀਫ ਖਾਲਸਾ ਦੀਵਾਨ ਕਿਉਂ ਬਣਿਆ ਇਹਦਾ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਇਸ ਗੱਲ ਦਾ। ਚੀਫ ਖਾਲਸਾ ਦੀਵਾਨ ਉਦੋਂ ਬਣਿਆ ਸੀ ਜਦੋਂ ਅੰਗਰੇਜ਼ਾਂ ਦੀ ਨੱਕ 'ਚ ਦਮ ਸਿੰਘ ਸਭਾ ਨੇ ਕਰਤਾ ਸੀ। ਜੀ 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 ਜੀ, ਉਹਨੇ ਨੱਕ 'ਚ ਦਮ ਕਰਦਾ ਸੀ ਅੰਗਰੇਜ਼ਾਂ ਨੇ। ਫਿਰ ਇਹਨਾਂ ਨੂੰ ਇਕੱਠਾ ਕੀਤਾ ਸੀ ਵੀ ਤੁਸੀਂ ਕੁਛ ਕਰੋ। ਇਹਨਾਂ ਨੇ ਉਹਦੇ ਪਹਿਲੇ ਫਿਰ ਸਰਕਾਰੀ ਸਰਪ੍ਰਸਤੀ ਹੇਠ ਚੀਫ ਖਾਲਸਾ ਦੀਵਾਨ ਦੀ ਬੁਨਿਆਦ ਰੱਖੀ ਸੀਗੀ। ਜਿਹੜੇ ਕੰਮ ਉਹ ਕਰਦੇ ਸੀ ਇਹੀ ਕਰਦੇ ਸੀਗੇ। ਇਹਨਾਂ ਕੋਲ ਫੰਡ ਚੰਗੇ ਸੀ। ਫਿਰ ਸਿੰਘ ਸਭਾ ਜਿਹੜੀ ਇਹਨਾਂ ਦਾ ਦਬਾਅ ਘਟਦਾ ਗਿਆ
ਤੇ ਚੀਫ ਖਾਲਸਾ ਦਾ ਵਾਧਾ ਗਿਆ। ਅੱਜ ਚੀਫ ਖਾਲਸਾ ਇੱਕ ਵੱਡੀ ਸੰਸਥਾ ਬਣ ਗਈ। ਮੈਂ ਤਾਂ ਚੰਗੇ ਕੰਮ ਵੀ ਕੀਤੇ ਆ। ਜੇ ਸੁਰਿੰਦਰ ਸਿੰਘ ਮਜੀਠੀਆ ਚੀਫ ਖਾਲਸਾ ਦੀਵਾਨ ਭਾਵੇਂ ਉਦੋਂ ਸਰਕਾਰੀ ਸਰਪ੍ਰਸਤੀ ਚ ਰੱਖਿਆ ਸੀਗਾ, ਲੇਕਿਨ ਚੀਫ ਖਾਲਸਾ ਦੀਵਾਨ ਇੱਕ ਚੰਗੀ ਸੰਸਥਾ ਵਾ, ਸ਼੍ਰੋਮਣੀ ਕਮੇਟੀ ਦੇ ਪੈਰਲਲ ਸੰਸਥਾ ਬਣ ਚੁੱਕੀ ਆ। ਹੁਣ ਜਿਹੜੀ ਗੱਲ ਤੁਸੀਂ ਕੀਤੀ ਨਾ, ਭਵਿੱਖ ਕੀ ਆ? ਭਵਿੱਖ ਤੇ ਵੀਰ ਜੀ ਤੁਸੀਂ ਵੇਖੋ, ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ। ਅੱਛਾ ਪੱਟੀ ਸਾਹਿਬ ਇੱਕ ਮਿੰਟ, ਭਵਿੱਖ ਤੋਂ ਫਿਰ ਗਾਂ ਤੁਰ ਪਿਆ ਵੀ ਦਿਮਾਗ 'ਚ ਫੇਰ ਰਿਹਾ ਜਿਹੜਾ ਸਵਾਲ, ਇਹੀ ਤੇ ਕਾਰਨ ਆ ਕਿ ਲੋਕੀ ਲਾਈਕ ਕਰਦੇ ਆ। ਕੱਲ ਤੁਸੀਂ ਚੀਫ ਖਾਲਸਾ ਦੀਵਾਨ ਦਾ ਮਤਲਬ ਮੁਖੀ ਵੀ ਬਣਾਇਆ, ਉਹਦੀ ਫੋਟੋ ਵੀ ਲਾਈ ਸੀ, ਖਬਰ ਥੱਲੇ ਲਾਈ ਵੀ ਬੜੀ ਵੱਡੀ। ਜੀ ਉਹ ਵੀ ਗੱਲ ਕਰ ਲੈਂਦੇ ਬਾਅਦ ਆਰ ਤੇ ਡਬਲ ਐਸ ਤੋਂ ਸ਼ੁਰੂ ਹੁੰਦਾ, ਨਾਲ ਹੀ ਗੱਲ ਕਰ ਲੈਂਦੇ। ਹਾਂ ਉਹੀ ਮੈਂ ਚੇਤਾ ਰੱਖਿਓ, ਆਰ ਡਬਲ ਐਸ ਤੋਂ ਸ਼ੁਰੂ ਹੁੰਦਾ। ਬਿਲਕੁਲ ਨਾਲ ਹੀ ਗੱਲ ਕਰ ਲੈਂਦੇ ਜੀ। ਹੁਣ ਚੱਕਰ ਸਿਰਫ ਇਹ ਆ, ਚੱਕਰ ਸਿਰਫ ਇਹ ਆ ਵੀ ਜਿਹੜੀ ਇਹ NDPC ਐਕਟ ਆ ਨਾ, ਜੇ ਤੇ ਮਜੀਠੀਏ ਨੂੰ ਜ਼ਮਾਨਤ ਸੁਪਰੀਮ ਕੋਰਟ ਜਾਂ ਹਾਈ ਕੋਰਟ ਚੋਂ ਮਿਲ ਗਈ ਤੇ ਥੋੜਾ ਬਹੁਤਾ ਬਚਾਅ ਹੋਊਗਾ, ਤੇ ਜੇ ਕਿਤੇ ਬੇਲ ਨਾ ਮਿਲੀ ਤੇ ਫਿਰ ਬਾਕੀ ਦੀ ਜ਼ਿੰਦਗੀ ਭੋਲੇ ਨਾਲ ਬਤਾਉਣੀ ਪਊ। ਉਹ ਬੜੀ ਮੁਸ਼ਕਲ ਹੋਣੀ, ਬਹੁਤ ਮੁਸ਼ਕਲ ਬਣੀ। ਤੇ ਫਿਰ ਇਹਨਾਂ ਦੇ ਘਰ ਤੋਂ ਸਿਆਸਤ ਜਿਹੜੀ ਪਰ ਲਗਾ ਕੇ ਉੱਡ ਜੂ, ਕਿਉਂਕਿ ਇਹਨਾਂ ਦੇ ਫਾਦਰ ਜਿਹੜੇ ਨੇ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਨਾ, ਜਦੋਂ ਬੀਬੀ ਹਰਸਿਮਰਤ ਕੌਰ ਨੇ ਪਹਿਲੀ ਵਾਰੀ ਚੋਣ ਲੜੀ ਨਾ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰਦਾਰ ਜੀ ਤੁਸੀਂ ਭੈਣ ਜੀ ਤੇ ਜਾਓਗੇ ਕਿ ਨਹੀਂ ਜਾਓਗੇ ਪ੍ਰਚਾਰ ਵਾਸਤੇ? ਉਹ ਨਾ ਬਹੁਤਾ ਹੱਸਦੇ ਨੇ, ਮੁਸਕਰਾ ਪਏ। ਮੁਸਕਰਾਉਣ ਤੋਂ ਬਾਅਦ ਮੈਂ ਕਿਹਾ ਕੀ ਜਵਾਬ ਦਿੱਤਾ ਮੇਰੀ ਗੱਲ ਦਾ? ਕਹਿੰਦੇ ਕੋਈ ਨਹੀਂ ਯਾਰ, ਸਮਾਂ ਆਉਣ ਤੇ ਜਵਾਬ ਦੇ ਦਿਆਂਗੇ। ਮੈਨੂੰ ਪਤਾ ਸੀਗਾ ਉਹਨਾਂ ਨੇ ਕਦੀ ਵੀ ਕਿਸੇ ਆਪਣੇ ਬੱਚੇ ਦੀ ਚੋਣ ਵਿੱਚ ਭਾਗ ਨਹੀਂ ਲਿਆ। ਚੰਡੀਗੜ੍ਹ, ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸੀਗੇ, ਨਾਲ ਜਿਹੜੇ ਬੰਦੇ ਬੈਠੇ ਸੀ ਕਨਵਿੰਸ ਕਰਦੇ ਰਹੇ, ਤੁਸੀਂ ਇਲੈਕਸ਼ਨ ਲੜੋ ਜੀ, ਤੁਸੀਂ MP ਬਣ ਜਾਓ ਜੀ, ਫਲਾਣ ਕਰ ਲਓ ਜੀ, ਟੀਮ ਕਰ ਲਓ। ਸਾਰੇ ਰਸਤੇ ਸੁਣਦੇ ਗਏ। ਜਦੋਂ ਮੋਹਾਲੀ ਗਿਆ ਨਾ, ਇੱਕੋ ਗੱਲ ਮੇੜਦੀ, ਕਹਿੰਦਾ ਮੈਂ ਇਲੈਕਸ਼ਨ ਲੜੂੰਗਾ, ਆਪਣਾ ਸਮਾਂ ਬਰਬਾਦ ਕਰੂੰਗਾ, ਤੇ ਮੈਂ ਜਿਹੜੇ 5 ਪਾਠ ਕਰਦਾ ਜਪਜੀ ਸਾਹਿਬ ਦੇ, ਤੇ ਮੈਂ ਹੁਣ 7 ਕਰਿਆ ਕਰੂੰਗਾ। ਮੈਨੂੰ ਪੁੱਛੇ ਲਾ ਰਹੇ, ਮਤਲਬ ਏਦਾਂ ਦੀ ਪ੍ਰਵਿਰਤੀ ਵਾਲੇ ਵਿਅਕਤੀ ਨੇ ਉਹ। ਅੱਜ ਖਾਲਸਾ ਕਾਲਜ ਦੀ ਚੋਣ ਦੀ ਗੱਲ ਕਰ ਲਓ ਤੁਸੀਂ, ਕਿ ਖਾਲਸਾ ਕਾਲਜ ਦੇ ਪ੍ਰਧਾਨ ਨੇ ਅਸੀਂ ਚੋਣ ਕਰਨੀ ਆ, ਉਹ ਬਿਲਕੁਲ ਪਾਸੇ ਜੜ ਕੇ ਮੈਂ ਚੋਣ ਨਹੀਂ ਲੈਣੀ, ਚੋਣ ਨਹੀਂ ਲੜਨੀ। ਸਰਬਸੰਮਤੀ ਤੁਸੀਂ ਬਣਾ ਦਿਓ, ਜੇ ਚੋਣ ਦੀ ਗੱਲ ਕਰਦੇ ਮੈਂ ਚੋਣ 'ਚ ਭਾਗ ਜਾਣਾ। ਬਿਲਕੁਲ ਉਹ ਇਸ ਤਰ੍ਹਾਂ ਦੀ ਪ੍ਰਵਿਰਤੀ ਦੇ ਬੰਦੇ ਨੇ। ਪੱਟੀ ਸਾਹਿਬ ਉਹ ਕੀ ਮਸਲਾ ਸੀ? ਹੁਣ 2 ਸਵਾਲ ਵਿੱਚ ਫੇਰ ਆ ਗਿਆ। ਜਦੋਂ ਦੱਸਣ ਲੱਗਾ ਤੁਹਾਨੂੰ ਜੀ, ਜਦੋਂ ਕੈਪਟਨ ਸਾਹਿਬ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ ਗਿਆ ਖਾਲਸਾ ਸਕੂਲ 'ਚ, ਖਾਲਸਾ ਕਾਲਜ 'ਚ, ਫਿਰ ਮੁੱਖ ਮੰਤਰੀ ਬਣ ਕੇ ਗਏ, ਉਦੋਂ ਇਹ ਹੜੱਪਣ ਦੀਆਂ ਗੱਲਾਂ ਵੀ ਹੋ ਰਹੀਆਂ ਸੀ। ਤੁਹਾਨੂੰ ਯਾਦ ਆ ਕਿ ਇਹੀ ਪਰਿਵਾਰ ਜਿਹੜਾ ਬਦਨਾਮ ਹੋ ਰਿਹਾ ਸੀ ਉਦੋਂ ਵੀ? ਬਿਲਕੁਲ 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 ਜੀ। ਮੈਂ ਦੱਸਣ ਲੱਗਾ, ਉਹ 2 ਸਵਾਲ ਆ ਗਏ। ਜਦੋਂ ਇਹ ਕੀਤਾ ਹੈ ਨਾ ਸੀ ਵੀ ਖਾਲਸਾ ਯੂਨੀਵਰਸਿਟੀ ਬਣਾਉਣ ਦੀ ਗੱਲ ਕੀਤੀ ਗਈ ਸੀ, ਮਾੜੀ ਗੱਲ ਨਹੀਂ ਸੀ, ਚੰਗੀ ਗੱਲ ਸੀ ਖਾਲਸਾ ਯੂਨੀਵਰਸਿਟੀ ਬਣ ਜਾਂਦੀ। ਖਾਲਸਾ ਯੂਨੀਵਰਸਿਟੀ ਸਾਡੀ ਤਾਂ 1923 ਵਿੱਚ ਬਣਦੀ ਸੀਗੀ, ਲੇਕਿਨ ਸਾਨੂੰ ਉਦੋਂ ਫਤੂਰ ਹੋਇਆ ਸੀ ਵੀ ਅਸੀਂ ਜਿਹੜੀ ਸਾਡੇ ਵਰਗਾ ਦੇਸ਼ ਭਗਤ ਕੋਈ ਨਹੀਂ ਹੈਗਾ। ਅਲੀਗੜ੍ਹ ਯੂਨੀਵਰਸਿਟੀ ਮੁਸਲਮਾਨਾਂ ਦੀ ਬਣ ਗਈ, ਬਨਾਰਸ ਹਿੰਦੂਆਂ ਦੀ ਬਣ ਗਈ, ਸਿੱਖਾਂ ਦੀ ਯੂਨੀਵਰਸਿਟੀ ਅੰਮ੍ਰਿਤਸਰ ਬਣੀ ਸੀ ਉਦੋਂ। ਬਕਾਇਦਾ ਤੌਰ ਤੇ ਵਾਈਫਾਈ ਇੱਥੇ ਆਇਆ, ਅਸੀਂ ਕਹਿੰਦੇ ਨਹੀਂ ਸਾਨੂੰ ਯੂਨੀਵਰਸਿਟੀ ਚਾਹੀਦੀ, ਸਾਨੂੰ ਆਜ਼ਾਦੀ ਦਿਓ, ਅਸੀਂ ਬਣਾ ਲਾਂਗੇ ਆਪਾਂ। ਤੇ ਆ ਗੁਰੂ ਨਾਨਕ ਯੂਨੀਵਰਸਿਟੀ ਕਿੱਦਾਂ ਕਿਸ ਅੰਦਰ ਚਲਾਓਗੇ? ਨਾਲ ਹੀ 1969 ਦਾ ਹੀ ਨਾ ਜੀ। ਨਹੀਂ ਤੇ ਹੁਣ 2 ਯੂਨੀਵਰਸਿਟੀਆਂ ਆਂਢ ਗੁਆਂਢ ਕੀ ਚਾਹੀਦੀਆਂ, ਪੰਜਾਬ ਦੇ ਹੋਰ ਵੀ ਬੜੇ ਇਲਾਕੇ ਹੈਗੇ, ਉੱਥੇ ਬਣਾ ਲਓ। ਮੈਂ ਤਾਂ ਉਹੀ ਤਾਂ ਦੱਸਾਂਗਾ ਜੀ, ਗੱਲ ਸੁਣ ਲਓ ਤੁਸੀਂ ਨਾ। ਇਹਨਾਂ ਨੇ ਕਿਹਾ ਸੀ ਵੀ ਇਹ ਜਿਹੜੀ ਬਿਲਡਿੰਗ ਆ ਨਾ, ਇਹਦੇ ਵਿੱਚ ਯੂਨੀਵਰਸਿਟੀ ਬਣਾ ਦਿਆਂਗੇ। ਲੋਕਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਵੀ ਖਾਲਸਾ ਕਾਲਜ ਨੂੰ ਖਾਲਸਾ ਕਾਲਜ ਰਹਿਣ ਦਿਓ। ਬਕਾਇਦਾ ਤੌਰ ਤੇ ਕਰਤਾਰਪੁਰ ਲਾਗੇ 35 ਏਕੜ ਜ਼ਮੀਨ ਅੱਜ ਵੀ ਹੈਗੀ ਖਾਲਸਾ ਕਾਲਜ ਦੀ, ਉੱਥੇ ਯੂਨੀਵਰਸਿਟੀ ਬਣਾ ਲਓ ਜੀ। ਪਰ ਸਾਡੇ ਬਾਲਾ ਕੋਲੇ ਪਰਲੇ ਪਾਸੇ ਜ਼ਮੀਨਾਂ ਦੀ, ਉੱਥੇ ਬਣਾ ਲਓ ਤੁਸੀਂ। ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਚੱਲ ਜਾਓ ਤਾਂ ਆਪਣੇ ਉੱਥੇ ਮਤਲਬ ਸਿੱਖੀ ਦਾ ਧੁਰਾ ਵਾ, ਬਥੇਰੀ ਜਗ੍ਹਾ ਪਈ ਇਹਨਾਂ ਕੋ ਉੱਥੇ। ਜੀ ਉਦੋਂ ਇਹ ਗਏ ਸੀ ਕੈਪਟਨ ਸਾਹਿਬ ਵੀ ਮੈਂ ਜਾ ਕੇ ਅੰਦਰ ਰਹਿ ਕੇ ਵੇਖਣਾ ਚਾਹੁੰਦਾ। ਇਹਨਾਂ ਨੂੰ ਉਦੋਂ ਐਂਟਰ ਨਹੀਂ ਸੀ ਹੋਣ ਦਿੱਤਾ। ਕੌਣ ਸੀ ਉੱਥੇ? BJP ਦੇ ਆਗੂ ਸੈਕਟਰੀ ਸਨ, ਬਕਾਇਦਾ ਤੌਰ ਤੇ ਰਜਿੰਦਰ ਮੋਹਨ ਸਿੰਘ ਛੀਨਾ। ਇਹ ਤੇ ਆਉਂਦੇ ਹੀ ਨਹੀਂ। ਜਿਹੜੇ ਸਤਿਆਪਾਲ ਸਿੰਘ ਮਜੀਠੀਆ ਨਾ, ਸਤਿਆਜੀਤ ਸਿੰਘ ਮਜੀਠੀਆ ਵਿਕਰਮ ਦੇ ਫਾਦਰ, ਉਹ ਬਹੁਤ ਘੱਟ ਆਉਂਦੇ। ਕੋਈ ਮੀਟਿੰਗ ਵਗੈਰਾ ਹੋਵੇ ਤੇ ਆਉਂਦੇ ਨਹੀਂ। ਤੇ ਖਾਲਸਾ ਕਾਲਜ ਸਾਰਾ ਹਵਾਲੇ ਰਜਿੰਦਰ ਮੋਹਨ ਛੀਨਾ ਦੇ ਹੀ ਆ। ਚਲੋ ਉਹ BJP ਦੇ ਸੈਕਟਰੀ ਨੇ, BJP ਦੇ ਆਗੂ ਨੇ।
ਪਹਿਲਾਂ ਤੇ ਖਾਲਸਾ ਕਾਲਜ ਤੁਸੀਂ ਦਿੱਤਾ, ਭਗਵਾ ਕਰਨ ਕੀਤਾ, ਉਹਦਾ ਬੜਾ ਰੌਲਾ ਪਿਆ, ਬੜਾ ਕੁਛ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਰੌਲਾ ਤਾਂ ਕਿਹਾ, ਤਾਂ ਬੜਾ ਕੁਛ ਕੀਤਾ, ਕੱਖ ਨਹੀਂ ਕੀਤਾ। ਖੁਦਾ ਨਾ ਖਾਲਸਾ ਪੰਜਾਬ ਦਾ ਮੁੱਖ ਮੰਤਰੀ ਸਿੱਧੂ ਬਣ ਗਿਆ ਤੇ ਸਭ ਤੋਂ ਪਹਿਲਾਂ ਨਿਸ਼ਾਨਾ ਇਹ ਹੋਊਗਾ, ਇਹ ਵੀ ਤੁਹਾਨੂੰ ਦੱਸ ਦਿੰਦਾ। ਚਲੋ ਬਸ ਇਹ ਆ ਵੀ ਖੁਦਾ ਨਾ ਖਾਸਤਾ ਬਣ ਗਿਆ, ਖੁਦਾ ਨਾ ਖਾਸਤਾ ਬਣ ਗਿਆ। ਇਹੀ ਤੇ ਗੱਲ ਆ ਕਿ ਵਿਰੋਧੀ ਚਾਹੁੰਦੇ ਆ ਵੀ ਜੇ ਸਿੱਧੂ ਬਣ ਗਿਆ ਤੇ ਉਹਨੇ ਅਗਲੇ 10 ਸਾਲ ਹਿਲਣਾ ਨਹੀਂ, ਕਿਉਂਕਿ ਉਹਨੇ ਕੰਮ ਇਹੋ ਜਿਹੇ ਕਰ ਦੇਣੇ ਨੇ। ਚਲੋ ਜੇ ਭਗਵੰਤ ਮਾਨ ਆਉਂਦਾ ਤੇ ਉਹ ਕਹਿੰਦਾ ਕਿ ਮੈਂ ਵੀ ਸੁਪਨੇ ਬੜੇ ਸਿਖਾਏ ਨੇ, ਪਰ ਜਿਵੇਂ ਹੁਣ ਦਿੱਲੀ ਦਾ ਮਤਲਬ ਲਿਆਉਣਾ ਚਾਹੁੰਦੇ। ਹੁਣ ਮੇਰੇ 2 ਸਵਾਲ ਸੀਗੇ ਨਿੱਕੇ ਨਿੱਕੇ, ਪਹਿਲਾਂ ਆਪਾਂ ਵਾਈਂਡ ਅਪ ਕਰ ਲਈਏ, ਫਿਰ ਤੁਹਾਡੇ ਕਹਿਣਾ ਕਿਉਂਕਿ ਆਪਾਂ ਸ਼ੁਰੂ ਕਿੱਥੇ ਕਰਦੇ ਹਾਂ, ਚੱਲ ਕਿਤੇ ਜਾਂਦੇ ਹਾਂ, ਤੇ ਉਹਦੇ ਵਿੱਚ ਜ਼ਰੂਰੀ ਨਹੀਂ ਉਹ ਹਨਾ। ਜੀ ਉਹ ਸਵਾਲ ਆ ਗਿਆ ਨਾ, ਜੇ ਕਾਲਰ ਦਾ ਸਵਾਲ ਆ ਗਿਆ ਜਵਾਬ ਤੇ ਲੱਗਦਾ। ਹਾਂਜੀ ਪਲੀਜ਼। ਹੁਣ ਆਪਾਂ ਜਿਹੜੀ ਗੱਲ ਕਰਦੀ ਸੀ, ਗੱਲ ਕਰ ਰਹੀ ਸੀ ਆਪਣੀ ਚੀਫ ਖਾਲਸਾ ਦੀਵਾਨ। ਹਾਂਜੀ, ਚੀਫ ਖਾਲਸਾ ਦੀਵਾਨ ਸਾਡੀ ਇੱਕ ਧਾਰਮਿਕ ਤੇ ਵਿਦਿਅਕ ਯੂਨੀਵਰਸਿਟੀ ਜੰਟ ਸੀ। ਕਿਸੇ ਵੇਲੇ ਇੱਥੇ 60,000 ਵਿਦਿਆਰਥੀ ਪੜ੍ਹਦੇ ਸੀ, ਲੇਕਿਨ ਚੱਡੇ ਤੋਂ ਬਾਅਦ ਜਿਸ ਤਰੀਕੇ ਨਾਲ ਇਹਦੇ ਵਿੱਚ ਬਦਲਾਅ ਆਇਆ, ਖਿੱਚੋਤਾਣ ਵਧੀ, ਬੱਚਿਆਂ ਦੀ ਗਿਣਤੀ ਘੱਟ ਕੇ 40 ਕੇ 45,000 ਰਹਿ ਗਈ। ਬਹੁਤ ਸਾਰੇ ਮੇਰੇ ਖਿਆਲ ਘੱਟੋ ਘੱਟ 100 ਨਹੀਂ 100 ਤੋਂ ਲੈ ਕੇ 150 ਤੱਕ ਮੁਲਾਜ਼ਮਾਂ ਨੂੰ ਇਹਨਾਂ ਨੇ ਰੁਜ਼ਗਾਰ ਵੀ ਦਿੱਤਾ, ਤਨਖਾਹ ਵੀ ਅੱਛੀ ਦਿੰਦੇ ਆ। ਲੇਕਿਨ ਉਹਦੇ ਵਿੱਚ ਹੁਣ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਥੋੜਾ ਸਮਾਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਵੀ ਰਹੇ, ਵਿਰੋਧ ਹੋਇਆ, ਇਹਨਾਂ ਨੂੰ ਫਿਰ ਬੀਐਡ ਕਾਲਜ ਭੇਜ ਦਿੱਤਾ ਗਿਆ। ਖਾਲਸਾ ਕਾਲਜ ਬੀਐਡ ਦੇ ਕਾਲਜ ਦੇ ਪ੍ਰਿੰਸੀਪਲ ਰਹੇ, ਜਿਹੜੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ। ਹੁਣ ਇਹਨਾਂ ਨੂੰ ਕੱਢਿਆ ਕਿਉਂ ਸੀਗਾ ਕਿ ਇਹਨਾਂ ਨੇ ਆਪਣੇ ਸਾਥੀਆਂ ਨੇ ਬੀਜੇਪੀ ਜੁਆਇਨ ਕਰ ਲਈ ਸੀ, ਉਹ ਕਹਿੰਦੇ ਸੀ ਭਗਵਾ ਕਰਨ ਚੀਫ ਖਾਲਸਾ ਦੀਵਾਨ ਦਾ ਨਹੀਂ ਹੁੰਦਾ। ਸਾਡੇ ਮਾਨਯੋਗ ਜਿਹੜੇ ਇਕਬਾਲ ਸਿੰਘ ਲਾਲਪੁਰਾ ਸੀ, ਉਹ ਵੀ ਪਹਿਲਾਂ ਇੱਥੇ ਜਿਹੜੇ ਅਨੰਦਪੁਰ ਸਬ ਸਕੂਲ ਸੀ ਉਹਦੀ ਮੈਨੇਜਮੈਂਟ ਦੇ ਪ੍ਰਧਾਨ ਸਨ, ਉਹਨਾਂ ਨੂੰ ਇਸੇ ਗੱਲ ਢਾਇਆ ਗਿਆ ਸੀ ਕਿ ਅਸੀਂ ਇੱਥੇ ਸਿਆਸਤ ਨਹੀਂ ਬਣ ਦੇਣੀ, ਬਕਾਇਦਾ ਤੌਰ ਤੇ ਤਾਂ ਭਗਵਾ ਕਰਨੀ ਹੋਣ ਦੇਣਾ ਜੀ। ਹੁਣ ਡਾਕਟਰ ਜਸਵਿੰਦਰ ਸਿੰਘ ਜਿਹੜੇ ਨੇ ਬਕਾਇਦਾ ਤੌਰ ਤੇ ਪ੍ਰਧਾਨ ਨਿਰਮਲ ਸਿੰਘ ਦੀ ਭਣੇਵ ਜਵਾਈ ਨੇ ਜੀ, ਜਿਨ੍ਹਾਂ ਨੂੰ ਫਿਰ ਪਹਿਲਾਂ ਤੇ ਕੱਢਿਆ ਗਿਆ। ਉਹਨੇ ਵਿਰੋਧ ਕੀਤਾ, ਇਹਨਾਂ ਦੇ ਬੜੇ ਉਹਨਾਂ ਦੇ ਦੋਸ਼ ਲਾਏ, ਲੇਕਿਨ ਕੱਲ ਬਕਾਇਦਾ ਤੌਰ ਤੇ ਉਹਨਾਂ ਨੂੰ ਐਜੂਕੇਸ਼ਨ ਦੀ ਡਿਪਾਰਟਮੈਂਟ ਸੀ ਉਹਦਾ ਚੇਅਰਮੈਨ ਲਾ ਦਿੱਤਾ ਗਿਆ। ਤੁਸੀਂ ਲਿਖਿਆ, ਤੁਸੀਂ ਪੜ੍ਹੀ ਹੋਈ ਮੇਰੀ ਉਹ ਜਿਹੜੀ ਪੋਸਟ ਫੇਸਬੁੱਕ ਦੇ ਥੱਲੇ ਕੀ ਲਿਖਿਆ ਜੀ ਇੱਕ ਬੰਦੇ ਨੇ? ਹਾਂਜੀ, ਬੜਾ ਭੈੜਾ ਕਮੈਂਟ ਦਿੱਤਾ ਸੀ ਉਹਨਾਂ ਦੇ ਬਾਰੇ ਚ। ਉਹ ਚਲੋ ਉਹਦੀ ਸੋਚ, ਅਸੀਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦੇ। ਹੁਣ ਅੱਜ ਵੀ ਮੇਰੀ ਸਵੇਰੇ ਗੱਲ ਹੋਈ ਉਹਨਾਂ ਬੰਦਿਆਂ ਨਾਲ, ਕੁਛ ਬੰਦਿਆਂ ਮੈਨੇਜਮੈਂਟ ਦੇ ਮੈਨੂੰ ਫੋਨ ਆਏ ਕਿ ਤੁਸੀਂ ਬਹੁਤ ਵਧੀਆ ਕੀਤਾ। ਉਹ ਕਹਿੰਦੇ ਜਦੋਂ ਇਹ ਰਿਜੈਕਟਡ ਕਿਹਾ ਅਸੀਂ ਪਾਸ ਨਹੀਂ ਹੋਣ ਦੇਣਾ, ਬਹੁਤੇ ਬੰਦੇ ਵਿਰੋਧ ਕਰ ਰਹੇ ਦਾ ਤੁਸੀਂ ਇਹ ਗਲਤ ਕੀਤਾ। ਹੁਣ ਵੇਖੋ ਉਹ ਨੇਪਰੇ ਚੜ੍ਹਦਾ। ਅੱਛਾ, ਤੁਹਾਡੀ ਚੀਫ ਖਾਲਸਾ ਦੀਵਾਨ ਤੁਸੀਂ ਕਿਹਾ RSS ਦੇ ਕਬਜ਼ੇ ਹੇਠ ਆ ਗਈ, ਤੁਸੀਂ ਜੋ ਲਿਖਿਆ ਹਿੰਟ ਹਨਾ, ਭਗਵਾ ਕਰਨ ਹੋ ਗਿਆ ਤੇ ਖਾਲਸਾ ਕਾਲਜ ਦਾ ਭਗਵਾ ਕਰਨ ਪਹਿਲਾਂ ਹੋ ਗਿਆ ਅੰਦਰ ਖਾਤੇ। ਸਤਿਆਜੀਤ ਮਜੀਠੀਆ ਜਿਹੜਾ ਜੇ ਪ੍ਰਧਾਨ ਆ ਤੇ ਇੱਕ ਆਪੋਜੀਸ਼ਨ ਲੀਡਰ ਉਸ ਵਕਤ ਕਾਂਗਰਸ ਦੇ ਆ ਰਹੇ ਆ, ਉਹਨੂੰ ਅੰਦਰ ਨਹੀਂ ਵੜੇ ਤੇ ਪ੍ਰਧਾਨ ਫੇ ਕਾਹਦੇ, ਫਿਰ ਉਹ ਰਬੜ ਦੀ ਮੋਹਰ ਆ। ਚਲੋ ਆਪਾਂ ਨਿਬੇੜਦੇ ਹਾਂ। ਦੋਵੇਂ ਸੰਸਥਾਵਾਂ ਇੱਕ ਮਿੰਟ ਪੱਟੀ ਸਾਹਿਬ, ਦੋਵੇਂ ਸੰਸਥਾਵਾਂ ਦੇ ਬਾਅਦ ਤੀਜੀ ਸੰਸਥਾ ਜਿਹੜੀ ਹੈ ਉਹ ਵੀ ਭਗਵਾ ਕਰਨ ਪ੍ਰੋਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਦਿੱਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਉੱਥੇ ਜਿਹੜੇ ਨੇ ਅੰਦਰ ਖਾਤੇ ਰਬੜ ਦੀ ਮੋੜ ਜਿਹੜੀ ਉਹ ਭਾਜਪਾ ਦੇ ਚੋਣ ਨਿਸ਼ਾਨ ਤੋਂ ਚੋਣ ਲੜਨ ਵਾਲੇ। ਹੁਣ ਆ ਜਾਓ ਦਰਬਾਰ ਆਪਣੇ ਸੱਚਖੰਡ ਸ੍ਰੀ ਅੰਮ੍ਰਿਤਸਰ ਆ ਜਾਓ, ਉੱਥੇ ਤੁਹਾਡਾ ਜਿਹੜਾ ਤੁਸੀਂ ਕਹਿ ਤਾ ਕਿ ਪਹਿਲਾਂ ਹੋ ਚੁੱਕਾ, ਹੁਣ ਰਹਿ ਕੀ ਗਿਆ? ਬਾਕੀ ਰਹਿ ਕੀ ਗਿਆ? ਮੈਂ ਕਹਿੰਦਾ ਕਿ ਸੁਚੇਤ ਬੁੱਧੀ ਕੁਲਬੀਰ ਸਿੰਘ ਕੌੜਾ ਦੀ ਕਿਤਾਬ ਪੜ੍ਹ ਲਓ, ਸਿੱਖ ਵੀ ਨਿਕਲਿਆ ਗਿਆ। ਮੈਨੂੰ ਕੋਈ ਰੰਜ ਨਹੀਂ, ਮੇਰੇ ਤੇ ਜੋ ਮਰਜ਼ੀ ਠੱਪੇ ਲਾਈ ਜਾਓ। ਜਦੋਂ ਮੈਂ ਕਿਸੇ ਵੀ ਗੱਲ ਨੂੰ ਕਰਨੀ ਹੈ ਮੈਂ ਠੋਕ ਕੇ ਕਰਨੀ ਹੈ, ਮੈਂ ਤੱਥਾਂ ਦੇ ਆਧਾਰ ਤੇ ਕਰਨੀ ਆ। ਇਹੀ ਕਾਰਨ ਹੈ ਕਿ 25 ਸਾਲ ਤੱਥਾਂ ਦੇ ਆਧਾਰ ਤੇ ਨਿਕਲ ਗਏ ਆ। ਹਾਂਜੀ, ਜੇ 75% ਮੇਰੇ ਵਿਰੋਧੀ ਨੇ, 25% ਜੇ ਚਾਹਣ ਵਾਲੇ ਨੇ, ਤੇ ਵਿਰੋਧੀ ਠੋਕ ਕੇ ਸੁਣਦੇ ਨੇ, ਤੇ ਇਹੀ ਕਰਕੇ ਚੱਲਦਾ ਹੈ, ਕਿਉਂਕਿ ਉਹਨਾਂ ਦਾ ਵੀ ਫਾਇਦਾ ਹੁੰਦਾ। ਉਹ ਵਪਾਰੀ ਸੱਜਣਾ ਕੋਈ ਜਾਣਦੇ ਨੇ ਤੇ ਫਾਇਦਾ ਉਹਨਾਂ ਦਾ ਵੀ ਹੁੰਦਾ, ਕਿਤੇ ਨਾ ਕਿਤੇ ਚੰਗੀ ਗੱਲ ਉਹ ਵੀ ਸਾਡੀ ਲਾਈਕ ਕਰਦੇ ਨੇ। ਆਓ ਕਾਲਾਂ ਫਲੈਸ਼ ਹੋ ਰਹੀਆਂ ਨੇ, ਇੱਕ ਦੋ ਉਹ ਲੈ ਲੈਂਦੇ ਹਾਂ, ਫਿਰ ਆਪਾਂ ਵੇਖਦੇ ਹਾਂ ਕਿ ਸਾਡੇ ਟੈਕਨੀਸ਼ੀਅਨ ਨੇ ਨਜ਼ਾਰਾ ਲੈਣਾ, ਮਜ਼ਾ ਲੈਣਾ ਕਿ ਜਾਂ ਜਾਣਾ। ਕੋਈ ਨੀਂਦ ਤੇ ਉਹਨੂੰ ਵੀ ਆਈ ਹੋਣੀ ਹੈ। ਹਾਂਜੀ, ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਹਿਬ। ਭੱਟੀ ਸਾਹਿਬ ਦੇਖੋ, ਇੱਕ ਪਾਸਾ ਸਾਡੇ ਹੁਣ
सिख पंथ दे जिहड़े मोहरी हुंदे सी, कोई संत समाज सीगा, वो मिल के आए ने PM साहब नूं। अंम੍ਰਿਤ शाह इत्थे आए, वो इत्थे अपने सरमौर जिहड़ा साडा सिख पंथ दा अकाल तख्त ते गए, जसदार नूं मिल के आए। ਇਹਦਾ ਮਤਲਬ ਪੰਜਾਬ ਦੇ ਹਿੱਤ ਵਾਸਤੇ, ਕਿਉਂਕਿ ਸਿੱਖ ਜਿਹੜਾ ਮੈਜੋਰਟੀ ਦੇ ਵਿੱਚ, ਮੈਜੋਰਟੀ ਨਾਲ ਬਰਾਬਰ ਲਾ ਲਓ ਵੀ ਇਸ ਵੇਲੇ ਪੰਜਾਬ 'ਚ ਹੈ, ਇਸੇ ਕਰਕੇ ਨਾ ਸੰਸਥਾਵਾਂ ਨੂੰ ਬੁਲਾਇਆ ਗਿਆ। ਇਸ ਦੇ ਨਾਲ ਨਾਲ ਦੇਖੋ ਕੀ ਹੋ ਰਿਹਾ ਹੈ, ਉੱਥੇ ਬੜੀ ਇੱਜ਼ਤ ਦਿੱਤੀ ਗਈ, ਅਸੀਂ ਪੰਜਾਬ ਦੇ ਸਭ ਕੁਛ ਕਰਾਂਗੇ, ਆਹ ਕਰਾਂਗੇ ਅਸੀਂ ਸਮਾਜ ਦਾ। ਫਿਰ ਜਿਹੜੇ ਉਹਨਾਂ ਨੇ ਆਪਣਾ ਮੈਨੀਫੈਸਟੋ ਦਿੱਤਾ, ਉਹ 'ਚ ਵੀ ਤੁਹਾਨੂੰ ਸਾਰਾ ਪਤਾ ਹੈ। ਇਹਦੇ ਨਾਲ ਨਾਲ ਵੇਖੋ BVMS ਦੇ ਵਿੱਚ ਜਿਹੜਾ ਉੱਥੇ ਪ੍ਰਬੰਧਕ ਕਮੇਟੀ ਉਹ ਕਿਹਨੂੰ ਦੇ ਰਹੇ ਨੇ, ਜਿਹੜਾ ਚੰਡੀਗੜ੍ਹ ਦੇ ਵਿੱਚ ਜਿਵੇਂ ਸੁਨੀਲ ਜਾਖੜ ਨੇ ਕਿਹਾ, ਉਹਦੇ ਵਿੱਚ ਕੀ ਹੋ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਪਹਿਲਾਂ ਪੰਜਾਬ ਦਾ ਹਾਲਤ ਕੀਤਾ, ਜਿਹੜੇ 3 ਕੇਸ, ਜਿਹੜੇ 3 ਬਿੱਲ ਸੀ, ਉਹ ਵੀ ਐਗਰੀਕਲਚਰ ਦੇ ਡਿਪੈਂਡੈਂਟ ਸੀ ਸਾਡਾ ਪੰਜਾਬ। ਜੇ ਕਿਤੇ 1962 ਤੋਂ ਲੈ ਕੇ ਜਦੋਂ ਦਾ ਤੋੜਾ ਹੋਇਆ ਸੀ, ਉਹਦਾ ਰਾਇਲਟੀ ਲੈਣ ਲੱਗ ਜਾਂਦੇ ਤਾਂ ਮੇਰਾ ਖਿਆਲ ਇਹ ਐਡੀ ਅਮੀਰ ਸਟੇਟ ਹੁੰਦੀ ਕਿ ਵੇਖਦੇ ਰਹਿੰਦੇ, ਨਾਲੇ ਕੁਛ ਨਹੀਂ ਸੀ ਲੈਣਾ। ਦੇਖੋ ਜਦੋਂ ਦੂਜਿਆਂ ਦਾ ਖਾਣ ਨਿਕਲਦਾ, ਇਹਨਾਂ ਦਾ ਕਮਾਈ ਕਰਕੇ ਦੇਣੀ ਸੀ। ਪਰ ਇਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਹੈ, ਇਸ ਤੋਂ ਉੱਤੇ ਜਿਹੜਾ ਹੁਣ ਦੂਜਾ ਛੇੜ ਲਿਆ ਕੰਮ ਇਹਨਾਂ ਨੇ, ਧਰਮ ਸੰਬੰਧੀ ਜਿਹੜਾ ਰੌਲਾ ਪੈਣ ਲਿਆ, ਜਿਹੜਾ ਹਿੰਦੂ ਸਿੱਖ ਮੁਸਲਿਮ ਨੂੰ ਵੰਡਣ ਵਾਸਤੇ ਫੈਡਰਲ ਦੀਆਂ ਸਾਡੀਆਂ ਜਿਹੜੀਆਂ ਸਟੇਟ ਦੀਆਂ ਸਾਰੀਆਂ ਤਾਕਤਾਂ ਖੋ ਰਹੇ ਨੇ, ਤੇ ਪੰਜਾਬ ਦਾ ਫਾਇਦਾ ਫਿਰ ਕਿਵੇਂ ਕਰ ਸਕਦੇ ਨੇ? ਜਿਹੜਾ ਇਹ ਵਿੱਚੋਂ ਕੁਛ ਤੇ ਉੱਤੋਂ ਕੁਛ ਕਰਦੇ ਨੇ ਪਏ, ਪੰਜਾਬ ਦਾ ਨੁਕਸਾਨ ਨਹੀਂ ਕਰਨਗੇ ਪੱਟੀ ਸਾਹਿਬ? ਥੈਂਕ ਯੂ ਜੀ। ਸਭ ਤੋਂ ਪਹਿਲੀ ਗੱਲ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿਆਂ ਜੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਬਕਾਇਦਾ ਤੌਰ ਤੇ ਪ੍ਰਬੰਧਕੀ ਢਾਂਚਾ ਸੀ, ਉਹ ਪੰਜਾਬ ਸਰਕਾਰ ਕੋਲੇ ਸੀ, ਉਹ ਇਹਨਾਂ ਨੇ ਖੋਲਿਆ ਉਹਨਾਂ ਕੋਲ। ਪਹਿਲਾ ਤੋਹਫਾ ਤੁਹਾਨੂੰ ਦਿੱਤਾ ਉਹਨਾਂ ਨੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਇੱਕ ਹੁੰਦੇ ਸੀ ਚੋਪੜਾ ਜਨਰਲ ਮੈਨੇਜਰ ਹੁੰਦੇ ਸੀ, ਬੜਾ ਕੰਮ ਕਰਦੇ ਸੀ। ਇੰਨਾ ਕੰਮ ਕਰਦੇ ਸੀ ਕਿਤੇ ਕੋਈ ਝਪਕੀ ਆਈ ਤੇ ਕੁਠੀ ਤੇ ਸੌ ਜਾਣਾ ਤੇ ਕਹਿ ਦੇਣਾ ਆਪਣੇ PM ਜਿਹੜਾ ਸੀ ਸੇਵਾ ਤੁਹਾਨੂੰ ਕਹਿੰਦੇ ਚਾਹ ਦਾ ਕੱਪ ਬਣਾ ਕੇ ਤੇ ਫਿਰ ਕੰਮ ਸ਼ੁਰੂ ਕਰ ਦੇਣਾ। ਸਿਰਫ 4 ਘੰਟੇ ਰੈਸਟ ਕਰਦੇ ਸੀਗੇ। ਇੰਨੀ ਗੱਲ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਸੁਸਾਈਡ ਕਰਨੀ ਪਈ। ਸੁਸਾਈਡ ਕਿਉਂ ਕਰਨੀ ਪਈ? ਸਾਡੇ ਪੰਜਾਬ ਦੇ ਇੱਕ ਮੁੱਖ ਮੰਤਰੀ ਸੀ ਜਿਹਦਾ ਤੇ ਬੜੇ ਸੰਗੀਨ ਇਲਜ਼ਾਮ ਲੱਗੇ ਸੀ ਵੀ ਕਰਪਸ਼ਨ ਕਰਦੇ, ਤੇ ਨਹਿਰੂ ਨੂੰ ਜਾ ਕੇ ਕਿਹਾ ਸੀ ਭਾਈ ਇਹ ਕਰਪਸ਼ਨ ਕਰਦਾ ਤੇ ਬਾਰੇ ਸੋਚੋ। 2-3 ਵਾਰੀ ਜਾ ਕੇ ਨਹਿਰੂ ਨੂੰ ਜਾ ਕੇ ਕਿਹਾ ਤੇ ਚੌਥੀ ਨਹਿਰੂ ਉਹਨਾਂ ਨੂੰ ਪੈ ਗਿਆ ਤਾਂ ਜਾਂਦਾ ਜਿਹੜੇ ਕਰਪਸ਼ਨ ਕਰਦਾ ਕਰੀ ਜਾਣ ਦਿਓ, ਹੈ ਨਹੀਂ ਹੋਣੀ ਤੇ ਇੱਥੇ ਹੀ ਹੈ ਨਾ। ਜਦੋਂ ਜੀ ਤੋਂ ਜ਼ਬਤ ਕਰਾਂਗੇ ਆਪਾਂ। ਉਹਨੇ ਉਹਨੂੰ ਚੋਪੜੇ ਨੂੰ ਕਰਪਸ਼ਨ ਕਰਨ ਵਾਸਤੇ ਕਿਉਂ ਕਹਿੰਦਾ ਜੀ ਮੈਂ ਨਹੀਂ ਕਰ ਸਕਦਾ ਜੋ ਮੈਂ ਇੰਨਾ ਕੁ ਤੰਗ ਕੀਤਾ ਤਾਂ ਉਹਨੇ 3 ਲੈਟਰਾਂ ਲਿਖੀਆਂ, ਇੱਕ ਗਵਰਨਰ ਪੰਜਾਬ ਨੂੰ, ਇੱਕ ਰਾਸ਼ਟਰਪਤੀ ਨੂੰ, ਇੱਕ ਪ੍ਰਧਾਨ ਮੰਤਰੀ ਨੂੰ, ਤੇ ਆਪ ਸੁਸਾਈਡ ਕਰ ਲਈ ਜੀ। ਕੈਰੋ ਨੂੰ ਪਤਾ ਲੱਗ ਗਿਆ ਵੀ ਇਹ ਲੈਟਰਾਂ ਲਿਖਿਆ ਤੇ ਉਹਨਾਂ ਨੇ ਲੈਟਰ ਪਹਿਲਾਂ ਹੀ ਕਢਵਾ ਲਈਆਂ ਸੀ ਆਪਦੇ ਚੋਂ, ਆਪਣੇ ਚੋਂ ਡਾਕ ਦੇ ਵਿੱਚੋਂ ਜਾਣੀ ਹੈ ਜੇ ਚਲੀਆਂ ਜਾਂਦੇ ਸ਼ਾਇਦ ਮੁੱਲ ਭਜਣਾ ਜੀ। ਉਸ ਤੇ ਜਿਹੜੇ ਸਾਡੇ ਏਡੇ ਵੱਡੇ ਇੱਕ ਇੰਜੀਨੀਅਰ ਦੀ ਜਨਰਲ ਮੈਨੇਜਰ ਦੀ ਇੱਕ ਬਕਾਇਦਾ ਤੌਰ ਤੇ ਜਾਨ ਲੈ ਲਈ ਜਿਹਨੇ, ਜਿਹੜਾ ਸਾਡੀ ਪ੍ਰਾਪਰਟੀ ਸੀ। ਜੇ ਕਿਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਾਡੇ ਕੋਲ ਰਹਿੰਦੀ, ਇਹ ਪ੍ਰਬੰਧ ਸਾਡੇ ਕੋਲ ਰਹਿੰਦਾ, ਭਾਖੜਾ 113 ਕਰੋੜ ਰੁਪਏ ਪੰਜਾਬ ਨੇ ਖਰਚ ਕੀਤੇ ਸੀ ਉਦੋਂ। ਨਹਿਰੂ ਨੇ ਕਹਿਤਾ ਸੀ ਬਕਾਇਦਾ ਸਾਡੇ ਕੋਲ ਪੈਸਾ ਕੋਈ ਨਹੀਂ ਹੈਗਾ ਭਾਈ, ਆਪਣਾ ਪੈਸਾ ਪ੍ਰਬੰਧ ਕਰ ਲਓ। ਤੇ ਕੈਰੋ ਸਾਹਿਬ ਨੇ ਖੁਸ਼ੀਅਤ ਲਾਇਆ ਸੀ ਤੇ ਬਕਾਇਦਾ ਤੌਰ ਤੇ ਉਹ ਮੁੜ ਕੇ ਭਾਰਤੀ ਕਿਸਾਨ ਸਭਾ ਜੋ ਕਾਮਰੇਡ ਨੂੰ ਕਹਿੰਦੇ ਸੀ, ਉਹਨਾਂ ਨੇ ਮੋਰਚਾ ਲਾਇਆ ਸੀ ਤੇ 3000 ਕਿਸਾਨ ਤੇ 2000 ਬੀਬੀਆਂ ਵੀ ਜੇਲ੍ਹ ਚ ਗਈਆਂ ਸੀ। 3 ਮਹੀਨੇ ਬਾਅਦ ਆਪਾਂ ਨੂੰ ਫੈਸਲਾ ਵਾਪਸ ਲੈਣਾ ਪਿਆ ਸੀ ਸਰਕਾਰ ਨੂੰ। ਜੀ ਬਕਾਇਦਾ ਤੌਰ ਤੇ ਮੇਰਾ ਮਤਲਬ ਕਹਿਣ ਤੋਂ ਭਾਵ ਆ ਵੀ ਜੇ ਕਿਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਾਡੇ ਕੋਲ ਰਹਿੰਦਾ, ਭਾਖੜਾ ਸਾਡੀ ਪੰਜਾਬ ਦੀ ਪ੍ਰਾਪਰਟੀ ਹੁੰਦੀ, ਤੇ ਤੁਹਾਡੇ ਬਹੁਤ ਸਾਰੇ ਮਸਲੇ ਇਹਨੇ ਹੱਲ ਕਰ ਦੇਣੇ। ਤੁਸੀਂ ਬਿਜਲੀ ਵੇਚਣੀ ਸਾਰੇ ਇੰਡੀਆ ਨੇ ਵੇਚਣੀ, ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ ਹੋ। ਲੇਕਿਨ ਸਾਡੇ ਲੀਡਰਾਂ ਦੀਆਂ ਗਲਤੀਆਂ, ਅਸੀਂ ਪੁੱਠੇ ਪਾਸੇ ਪੈ ਗਏ, ਇਹਨਾਂ ਚੀਜ਼ਾਂ ਨੂੰ ਬਚਾਉਣ ਵਾਸਤੇ ਨਹੀਂ ਗਏ। 22 ਪਿੰਡ ਉਜਾੜ ਕੇ ਅਸੀਂ ਚੰਡੀਗੜ੍ਹ ਵਸਾਇਆ ਸੀ। ਅੱਜ ਅਸੀਂ ਚੰਡੀਗੜ੍ਹ ਲੈਣ ਲਈ ਤਿਆਰ ਨਹੀਂ ਗਏ, ਕਿਉਂਕਿ ਹਰਿਆਣਾ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੇ ਪੰਜਾਬ ਕਹਿੰਦਾ ਮੈਨੂੰ ਨਹੀਂ ਚਾਹੀਦਾ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਸੀ ਪੰਚਕੂਲਾ ਵਸਾ ਲਿਆ, ਅਸੀਂ ਮੋਹਾਲੀ ਵਸਾ ਲਈ ਜੀ। ਅੱਛਾ, ਇਸ ਕਰਕੇ ਜਿਹੜੀ ਗੱਲ ਤੁਸੀਂ ਕੀਤੀ ਹੈ ਮੇਰੇ ਸਾਹਿਬ, ਬਿਲਕੁਲ ਸਹੀ ਗੱਲ ਹੈ।
ਪੰਜਾਬ ਦੀ ਸਾਡੇ ਲੀਡਰਾਂ ਬਰਬਾਦੀ ਕੀਤੀ, ਪੰਜਾਬ ਦਾ ਭਲਾ ਕਿਸੇ ਨੇ ਨਹੀਂ ਕੀਤਾ, ਕੁਰਸੀਆਂ ਦੀ ਖਾਤਰ ਲੋਕਾਂ ਨੇ ਬੇੜਾ ਗਰਕ ਕੀਤਾ ਤੇ ਗਾਂ ਨਹੀਂ ਕਰਨਾ ਜੇ। ਹੁਣ ਵਾਲੇ ਦਿਨ ਦੇਖੋ ਬੰਦਾ ਕੀ ਜੀ ਜੀ। ਵੌਇਸ ਆਫ ਸਿਟੀ 3020 AM ਤੇ ਪੱਟੀ ਸਾਹਿਬ ਮੈਂ ਕੱਲ ਸ਼ਾਇਦ ਤੁਹਾਡੇ ਨਾਲ ਗੱਲ ਕੀਤੀ, ਕਿਉਂਕਿ ਮੈਂ ਵੇਗ 'ਚ ਗੱਲ ਕਰਦਾ ਨਾ, ਸਾਡੇ ਨਾ ਇੱਥੇ ਇੱਕ ਰੇਡੀਓ ਸੰਚਾਲਕ ਬੜੇ ਪੁਰਾਣੇ, ਸਾਡੇ ਤੋਂ ਸੀਨੀਅਰ, ਤੇ ਮੈਂ ਉਹਨਾਂ ਨੂੰ ਰੀਸੈਂਟਲੀ ਕਿਸੇ ਬਿਜ਼ਨਸਮੈਨ ਤੇ ਬੜੇ ਸਮੇਂ ਬਾਅਦ ਉਹ ਵਿੱਚੋਂ ਬੰਦ ਹੋ ਗਏ, ਰੀਸੈਂਟਲੀ ਉਹਨਾਂ ਨਾਲ ਕੱਲ ਉਹਨਾਂ ਨੇ ਸ਼ੁਰੂ ਕੀਤੀ ਉਹਨਾਂ ਕਿਤੇ ਰੇਡੀਓ, ਤੇ ਹੁਣ ਰੇਡੀਓ ਬਹੁਤ ਜ਼ਿਆਦਾ ਇੱਥੇ 8-10 ਰੇਡੀਓ 24 ਘੰਟੇ ਚੱਲਦੇ ਆ, ਪਤਾ ਹੀ ਨਹੀਂ, ਵੱਖ-ਵੱਖ ਤਰ੍ਹਾਂ ਦੇ ਹੋਸਟ ਹੈਗੇ ਨੇ ਆਪਣਾ। ਉਹ ਕਹਿੰਦੇ ਜੀ ਮੈਂ ਮਤਲਬ ਮਿਲੇ ਤੇ ਬੜੇ ਖੁਸ਼ ਹੋਏ, ਅਸੀਂ ਬੈਠੇ ਬਿਜ਼ਨਸਮੈਨ ਦੇ ਸੀ, ਚਲੋ ਬਿਜ਼ਨਸਮੈਨ ਨੇ ਪੁਰਾਣਾ ਵਾਕਫ ਬਿਜ਼ਨਸਮੈਨ ਵੀ ਸਾਡਾ 25 ਸਾਲ ਤੋਂ ਮੇਰਾ ਸਪੋਂਸਰ ਹੈ, ਉਹ ਚਾਹ ਆ ਗਈ, ਚਾਹ ਪੀ ਲੱਗ ਪਏ, ਉਹ ਗੱਲਾਂ ਕਰ ਲੱਗ ਪਏ, ਕਹਿੰਦੇ ਬਈ ਤੁਹਾਡੇ ਬਾਰੇ ਪਰਸੋਂ ਚਾਵਲਾ ਜੀ ਗੱਲ ਹੋ ਰਹੀ, ਸ਼ਾਇਦ ਜੇ ਮੈਂ ਗੱਲ ਸੁਣਾਤੀ ਤਾਂ ਮੈਨੂੰ ਟੋਕ ਦਿਓ। ਹਾਂਜੀ, ਤੇ ਉਹ ਕਹਿੰਦੇ ਵੀ ਮੈਂ ਮਤਲਬ ਤਰੱਕੀ ਤੁਹਾਡੀ ਦੇਖੀ, ਤੇ ਕੱਲ੍ਹ ਹੀ ਤੁਹਾਡੀ ਗੱਲ ਹੋ ਰਹੀ ਸੀ ਕਿਤੇ, ਉਹ ਰੇਡੀਓ ਹੋਸਟ ਮੈਨੂੰ ਕਹਿ ਰਿਹਾ, ਕਹਿੰਦਾ ਵੀ ਉਹਨੇ ਬੜੀ ਤਰੱਕੀ ਕੀਤੀ, ਕਹਿੰਦਾ ਵੀ ਮੈਂ ਉਹਨੂੰ ਰੋਜ਼ ਸੁਣਦਾ, ਉਹ ਮੁੰਡਾ ਕਹਿੰਦਾ ਦੂਜੇ ਤੀਜੇ ਦਿਨ ਕਿਤੇ ਮੌਕਾ ਲੱਗੇ ਮੈਂ ਸੁਣਦਾ ਵੀ ਉਹਦੀਆਂ ਗੱਲਾਂ ਉਹੀ ਨੇ 25 ਸਾਲ ਪਹਿਲਾਂ ਵਾਲੀਆਂ। ਕਹਿੰਦਾ ਜੀ ਹਾਂ ਜੀ, ਬੜੀ ਉਹ ਧਰਮ ਦੇ ਨਾਂ 'ਤੇ ਜੀ ਉਹਨਾਂ ਨੇ ਕਮਾਈ ਕੀਤੀ। ਉਹ ਕਹਿੰਦਾ ਨਾ ਉਹ ਗੁਰਦੁਆਰੇ ਕੋਲ ਲਵੇ, ਨਾ ਮੰਦਿਰ ਕੋਲ ਲਵੇ, ਨਾ ਮਸਜਿਦ ਕੋਲ ਲਵੇ, ਨਾ ਖੇਡ ਕਲੱਬਾਂ ਵਾਲਿਆਂ ਕੋਲ ਲਵੇ, ਨਾ ਉਹਨੇ ਕੋਈ ਫੰਡ ਰੇਜ ਕੀਤਾ ਅਜੇ ਤੱਕ, ਨਾ ਉਹਨੇ ਕਿਸੇ ਕੋਲੋਂ ਪੈਸਾ ਹੱਥੀ ਲਿਆ, ਹੈ ਨਾ। ਮੈਂ ਕਹਿੰਦਾ ਵੀ ਅਸੀਂ ਵੀ ਮਤਲਬ ਮੀਡੀਆ ਵਾਲੇ ਹਾਂ, ਮਤਲਬ ਉਹਨੇ ਗੱਲ ਕੀਤੀ ਹੈ ਨਾ, ਕਹਿੰਦਾ ਵੀ ਧਰਮ ਦੇ ਨਾਂ 'ਤੇ ਜੇ ਗੱਲ ਕੀਤੀ ਆ ਤੇ ਜੇ ਗੱਲ ਆਉਂਦੀ ਆ ਉਹਨੂੰ ਤਾਂ ਹੀ ਕਰਦਾ ਨਾ ਕੋਈ, ਮਤਲਬ ਗੁਰਸਿੱਖ ਬੰਦਾ ਉਹਨੂੰ ਕਹਿ ਰਿਹਾ, ਗੁਰਸਿੱਖ ਬੰਦਾ ਉਸ ਬੰਦੇ ਨੂੰ ਕਹਿ ਰਿਹਾ ਕਿ ਇਹ ਧਰਮ ਦੇ ਨਾਂ 'ਤੇ ਕਮਾਈ ਕਰਦਾ। ਗੁਰਸਿੱਖ ਬੰਦਾ ਜਿਹੜਾ ਆਪਣੇ ਆਪ ਨੂੰ ਗੁਰਸਿੱਖ ਜੇ ਤੁਸੀਂ ਕਹਿ ਰਹੇ ਉਹ ਬੰਦਾ ਕਹਿ ਰਿਹਾ ਧਰਮ, ਮਤਲਬ ਸਿੱਖੀ ਦੀ ਗੱਲ ਕਰਨੀ, ਆਪਣੇ ਧਰਮ ਦੀ ਗੱਲ ਕਰਨੀ ਵੀ ਗੁਨਾਹ ਆ, ਗੁਨਾਹ। ਉਹਨਾਂ ਨੇ ਸਾਨੂੰ ਉਹਦਾ ਸਪੋਂਸਰ ਹੀ ਹੋਊਗਾ ਨਾ, ਉਹਨੇ ਸਾਡੇ ਵਰਗਿਆਂ ਨੂੰ ਕੀ ਸਪੋਂਸਰ ਕਰਨਾ। ਜਿਹੜੀਆਂ ਗੱਲਾਂ ਤੁਸੀਂ ਕਹਿ ਦਿੱਤੀਆਂ ਨੇ ਸਾਡੇ ਲੀਡਰਾਂ ਬਾਰੇ, ਤੇ ਅਸੀਂ ਇਹਨਾਂ ਦੀ ਜੀ ਹਜ਼ੂਰੀ ਕਰ ਲਈਏ ਤੇ ਜੋ ਮਰਜ਼ੀ ਲੈ ਲਈਏ। ਬਿਲਕੁਲ ਬਿਲਕੁਲ ਜੀ, ਜੋ ਮਰਜ਼ੀ ਲੈ ਲਈਏ, ਜੋ ਇਹਨਾਂ ਕੋਲ ਬਥੇਰਾ ਪਿਆ। ਹੁਣੇ ਤੁਸੀਂ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕੀਤੀ ਵੀ ਲੱਡੂ ਲੈ ਕੇ ਗਏ, ਉਹ ਇੱਕ ਡੱਬਾ ਤਾਂ ਲੈ ਕੇ ਨਹੀਂ ਗਏ ਹੋਣਗੇ। ਉੱਥੇ ਜਿਨ੍ਹਾਂ ਨੂੰ ਸਨਮਾਨ ਕਰਨਾ, ਭੰਗੜਾ ਪਾਉਣਾ, ਬੈਂਡ ਬਾਜੇ, ਦਿਸ ਐਂਡ ਦੈਟ, ਉਹ ਭਾਜੀ ਅਸੀਂ ਵੱਡੇ ਤੋਂ ਵੱਡਾ ਧਨਾੜ ਬੰਦਾ ਮਿਹਨਤ ਨਾਲ ਕਮਾਈ ਕਰਦਾ ਨਾ, ਉਹ ਜਦੋਂ ਸੌਦਾ ਖਰੀਦਣ ਜਾਂਦਾ ਨਾ ਧੀ ਦੇ ਵਿਆਹ ਵਾਸਤੇ ਜਾਂ ਮੁੰਡੇ ਦੇ ਵਿਆਹ ਵਾਸਤੇ, ਕੰਜੂਸੀ ਕਰਦਾ, ਯਾਰ ਕੋਈ ਨਹੀਂ ਇਹਨੂੰ ਹੋਲਡ ਕਰ ਲਈ, ਮੈਂ ਉਦੋਂ ਚੱਕੂ, ਉਦੋਂ ਚੱਕੂ ਨਾ। ਤਾਂ ਇਹ ਜਿਨ੍ਹਾਂ ਕੋਲ ਐਕਸਟਰਾ ਪੈਸੇ ਹੈਗੇ ਆ, ਇਹ ਉਹੀ ਲੋਕ ਨੇ, ਤੇ ਇਹਨਾਂ ਕੋਲ ਐਕਸਟਰਾ ਹੈਗੇ ਸਾਨੂੰ ਵੀ ਦੇ ਸਕਦੇ ਆ, ਅਸੀਂ ਗਾਲਾਂ ਨਹੀਂ ਖਾ ਸਕਦੇ ਬਸ। ਕਿਉਂ ਪਾਟੀ ਸਾਹਿਬ? ਬਿਲਕੁਲ ਜੀ, ਬਿਲਕੁਲ। ਹੁਣ ਤੁਸੀਂ ਗੱਲ ਤੇ ਜਿਹੜੀ ਵਿਰਕ ਸਾਹਿਬ ਨੇ ਕੀਤੀ, ਤੁਸੀਂ ਤੈਅ ਲਾ ਦਿੱਤੀ, ਅੱਗੇ ਜਾ ਕੇ ਵੱਧ ਕੇ ਗੱਲ ਕਰ ਦਿੱਤੀ, ਤੇ ਇਹ ਉਹ ਵਿਖਾਵੇ ਦੇ ਲੀਡਰ ਨੇ ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ ਸੀ ਕਿ ਰਹਿ ਤੇ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਅਸੀਂ ਵਾਈਂਡ ਅਪ ਕਰਾਂਗੇ ਇੱਥੇ TV ਤੇ, ਪਰ ਰੇਡੀਓ ਤੇ ਸਾਡੇ ਜਿਹੜੇ ਦਰਸ਼ਕ ਨੇ, ਉਹ ਸਾਨੂੰ ਸਰੋਤੇ ਨੇ, ਉਹ ਸੁਣ ਸਕਦੇ ਨੇ, ਤੇ ਕਿਉਂਕਿ ਸਾਡੇ ਟੈਕਨੀਸ਼ੀਅਨ ਨੇ ਜਾਣਾ, ਤੇ ਉਹਨਾਂ ਦਾ ਟੈਕਨੀਸ਼ੀਅਨ ਦਾ ਵੀ ਧੰਨਵਾਦ, ਮਿਹਰਬਾਨੀ। ਉਹਨਾਂ ਨੇ 5-7 ਮਿੰਟ ਆਪਣੀ ਐਡਿਟ ਵੀ ਕਰਨੀ ਹੁੰਦੀ ਹੈ ਕੋਈ, ਤੇ ਬਹੁਤ ਬਹੁਤ ਧੰਨਵਾਦ ਕਰਨ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।